+2 क्लास नैक्सट वैरी इंपॉर्टेंट टॉपिक जो है दैट इज़ मैंस्ट्रुअल साइकिल। ठीक है जी, कल साडी ऑनलाइन क्लास लगी सी, ਉਹਦੇ ਵਿੱਚ ਤੁਹਾਨੂੰ ਸਮਝਾਇਆ ਗਿਆ ਕਿ ਸਟਰਕਚਰ ਆਫ ਓਵਮ, ਸਟਰਕਚਰ ਆਫ ਸਪਰਮ ਬਹੁਤ ਇੰਪੋਰਟੈਂਟ ਪੰਜਾਬ ਬੋਰਡ ਦੇ ਕੁਐਸਚਨ ਹੈ। ਓਕੇ, ਸੋ ਆ ਜਾਣਗੇ ਤੁਹਾਨੂੰ ਹੋ ਸਕਦਾ ਆਉਣ ਵਾਲੇ ਸਮੇਂ 'ਚ ਤੇ ਸ਼ਾਇਦ ਬੱਚੇ ਕਹਿ ਰਹੇ ਸੀ ਕਿ ਉਹਨਾਂ ਨੇ ਲਿਖ ਵੀ ਲਏ ਹੈ ਤੇ ਡਿਫਰੈਂਸ਼ੀਏਸ਼ਨ ਆਫ ਗੈਮੀਟਸ ਹੈ। ਸੋ ਮੈਂ ਔਨਲਾइन ਕਲਾਸ ਦੇ ਵਿੱਚ ਸਮਝਾ ਦਿੱਤਾ ਸੀਗਾ। ਨਾਓ ਨੈਕਸਟ ਵੈਰੀ ਇੰਪੋਰਟੈਂਟ ਟੌਪਿਕ 5 ਮਾਰਕਸ ਕੁਐਸਚਨ ਆਉਣਾ ਹੀ ਆਉਣਾ। ਠੀਕ ਹੈ, ਸੋ ਮੈਂਸਟਰੁਅਲ ਸਾਈਕਲ। Okay, so it is a cyclic activity of 28 to 29 days that includes changes in the structure and function of entire reproductive system of the female, है ना। सो इन्ना तो पता ही कि फीमेल्स ਨੂੰ ਇਹ ਐਕਟੀਵਿਟੀ ਹੁੰਦੀ ਹੈ ਨਾ। ਸੋ ਉਹਦੇ ਸਾਰੇ ਰੀਪਰੋਡਕਟਿਵ ਸਿਸਟਮ ਦੇ ਸਟਰਕਚਰ 'ਚ ਅਤੇ ਫੰਕਸ਼ਨ 'ਚ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ 3 ਫੇਜ਼ਿਸ ਜੋ ਹੈਗੇ ਮੈਂਸਟਰੁਅਲ ਸਾਈਕਲ ਦੇ, ਇਹ ਕਰਵਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੁਛ ਹੋਰ ਸਮਝਾਉਣਾ ਚਾਹੁੰਦੀ ਹਾਂ ਮੈਂਸਟਰੁਅਲ ਸਾਈਕਲ ਦੇ ਬਾਰੇ। ਦੇ ਵਿੱਚ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਫੀਮੇਲਸ ਦੇ ਵਿੱਚ ਫਰਟੀਲਿਟੀ, ਸਾਰੇ ਬੱਚਿਆਂ ਨੂੰ ਪਤਾ ਕਿ ਪਿਊਬਰਟੀ 13 ਈਅਰਸ ਦੀ ਏਜ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, 45 to 50 ਈਅਰਸ ਦੀ ਏਜ ਤੱਕ ਠੀਕ ਹੈ ਫੀਮੇਲ ਜਿਹੜੀ ਹੈਗੀ ਉਹ ਫਰਟਾਈਲ ਰਹਿ ਸਕਦੀ ਹੈ ਨਾ। ਠੀਕ, ਸੋ 28 ਡੇਜ਼ ਦਾ ਇਹ ਜੋ ਸਾਈਕਲ ਚੱਲਦਾ ਹੈ ਨਾ। ਠੀਕ ਹੈ, ਸੋ 2 ਓਵਰੀਜ਼ ਹੈਗੀਆਂ ਨੇ, ਇੱਕ ਐਗ ਜਿਹੜਾ ਹੈਗਾ ਰਿਲੀਜ਼ ਕੀਤਾ ਜਾਂਦਾ ਹਰ 28 ਦਿਨਾਂ ਦੇ ਬਾਅਦ, ਹੈ ਨਾ। ਇਸ ਪੀਰੀਅਡ ਦੇ ਦੌਰਾਨ ਤੁਹਾਨੂੰ ਪਤਾ ਹੀ ਹੈ। ਠੀਕ ਹੈ, 28 ਦਿਨਾਂ ਦਾ ਸਾਈਕਲ ਹੈ। ਠੀਕ ਹੈ, ਸੋ ਉੱਪਰ ਵੀ ਜਦੋਂ ਮੈਂ ਓਵੂਲੇਸ਼ਨ ਸਮਝਾਈ ਸੀ ਤਾਂ ਤੁਹਾਨੂੰ ਦੱਸਿਆ ਸੀ ਨਾ 14ਵੇਂ ਦਿਨ। ਠੀਕ ਹੈ, ਸੋ 1 ਮਹੀਨੇ ਦੇ ਵਿੱਚ ਇੱਕ ਓਵਰੀ ਜਿਹੜੀ ਹੈਗੀ ਹੈ ਇੱਕ ਐਗ ਰਿਲੀਜ਼ ਕਰ ਦਿੰਦੀ ਹੈ। ਹੁਣ ਜੇਕਰ ਅਸੀਂ ਦੇਖੀਏ ਕਿ ਫੀਮੇਲਸ ਫਰਟਾਈਲ ਰਹੀਆਂ 32 ਸਾਲ, 13 ਸਾਲ ਦੀ ਉਮਰ ਤੋਂ ਲੈ ਕੇ ਤੇ 50 ਸਾਲ ਦੀ ਉਮਰ ਤੱਕ ਜਾਂ 45 ਤੱਕ ਤੁਸੀਂ ਬਣਾ ਲਿਓ ਕਿ 32 ਈਅਰਸ ਬਣਦੇ ਆ। 32 ਈਅਰਸ ਤੱਕ ਫੀਮੇਲ ਜਿਹੜੀ ਹੈਗੀ ਆਪਣੀ ਲਾਈਫ ਦੇ ਵਿੱਚ ਉਹ ਫਰਟਾਈਲ ਰਹੀ। 13 ਐਗ ਜਿਹੜੇ ਹੈਗੇ ਆ, ਠੀਕ ਹੈ, ਹਰ ਸਾਲ ਮੈਚੋਰ ਹੋਏ। ਹਰ ਸਾਲ ਕਿੰਨੇ ਐਗ ਮੈਚੋਰ ਹੋਏ, ਹੈ ਨਾ। ਠੀਕ ਹੈ, ਸੋ 13 ਐਗ ਮੈਚੋਰ ਹੋਏ ਨਾ। ਠੀਕ ਹੈ, ਸੋ ਮੈਚੋਰਟੀ ਤੱਕ ਪਹੁੰਚਦੇ ਹੋਏ, ਠੀਕ ਹੈ, 416 ਐਗ ਜਿਹੜੇ ਹੈਗੇ ਆ, ਠੀਕ ਹੈ, ਉਹ ਮੈਚੋਰਟੀ ਤੱਕ ਪਹੁੰਚੇ। 1 ਸਾਲ ਦੇ ਵਿੱਚ 13 ਅਤੇ 32 ਸਾਲਾਂ ਦੇ ਵਿੱਚ ਕਿੰਨੇ ਹੋ ਗਏ 416, ਮਲਟੀਪਲਾਈ ਕਰਕੇ ਦੇਖ ਲਿਓ, ਹੈ ਨਾ। ਬਾਕੀ ਸਾਰੇ ਜਿਹੜੇ ਐਗ ਹੁੰਦੇ ਆ, ਠੀਕ ਹੈ, ਫੋਲੀਕਲ ਸੈਲਸ ਦੇ ਨਾਲ ਉਹ ਬ੍ਰੇਕਡਾਊਨ ਹੋ ਜਾਂਦੇ ਆ, ਐਬਜ਼ੋਰਬ ਹੋ ਜਾਂਦੇ ਆ, ਸਾਰੇ ਨਹੀਂ ਨਾ ਮੈਚੋਰ ਹੋ ਸਕਦੇ, ਨਹੀਂ ਤਾਂ ਇੰਨੇ ਥੋੜ੍ਹੀ ਬੱਚੇ ਪੈਦਾ ਕਰਨੇ ਹੈਗੇ ਆ। ਠੀਕ ਹੈ, ਸੋ ਇਸ ਪ੍ਰੋਸੈਸ ਨੂੰ ਅਸੀਂ ਕਹਿ ਦਿੰਦੇ ਹਾਂ ਫੋਲੀਕੂਲਰ ਐਟਰੀਸੀਆ। ਓਕੇ, ਓਵਰੀ ਜਿਹੜੀ ਹੈਗੀ ਆ, ਠੀਕ ਆ, ਉਹਦੇ ਅੰਦਰ 2 ਮਿਲੀਅਨ ਜਾਂ ਇਹਦੇ ਨਾਲੋਂ ਵੀ ਜ਼ਿਆਦਾ ਐਗ ਹੁੰਦੇ ਆ। ਇਸ ਤੋਂ ਪਹਿਲਾਂ ਕਿ ਹਿਊਮਨ ਫੀਮੇਲ ਜਿਹੜੀ ਹੈਗੀ ਆ ਬੋਰਨ ਕਰੇ, ਉਹਦੇ 6 ਮੰਥ ਪਹਿਲਾਂ, ਬੋਰਨ ਹੋਣ ਤੋਂ 6 ਮਹੀਨੇ ਪਹਿਲਾਂ ਜਦੋਂ ਆਪਣੀ ਮਾਂ ਦੇ ਪੇਟ ਦੇ ਅੰਦਰ ਹੈਗੀ ਹੈ, ਠੀਕ ਹੈ, ਸੋ ਫੀਮੇਲ ਜਿਹੜੀ ਹੈ ਉਹਦੇ ਅੰਦਰ 6 ਮਿਲੀਅਨ ਜਾਂ ਇਹਦੇ ਨਾਲੋਂ ਵੀ ਜ਼ਿਆਦਾ ਐਗ ਹੁੰਦੇ ਆ। ਅੱਛਾ, ਜਦੋਂ ਉਹਦਾ ਬਰਥ ਹੋ ਜਾਂਦਾ, ਠੀਕ ਹੈ, ਸੋ ਉਦੋਂ ਕਿੰਨੇ ਰਹਿ ਜਾਂਦੇ ਆ 1 ਮਿਲੀਅਨ। ਦੇਖੋ ਸਗਾ ਘੱਟ ਜਾਂਦੇ ਆ, ਜਦੋਂ ਜੰਮਦੀ ਆ ਕਿੰਨੇ ਐਗ ਹੁੰਦੇ ਆ, ਹੈ ਨਾ, ਫੀਮੇਲ ਦੇ ਅੰਦਰ। ਠੀਕ, ਸੋ ਜਦੋਂ ਉਹਦਾ ਬਰਥ ਹੋ ਜਾਂਦਾ ਫਿਰ 1 ਮਿਲੀਅਨ ਰਹਿ ਜਾਂਦੇ ਆ ਅਤੇ 2 ਲੱਖ ਰਹਿ ਜਾਂਦੇ ਹੈਗੇ ਆ ਜਦੋਂ ਤੱਕ ਉਹ ਪਿਊਬਰਟੀ ਤੱਕ ਪਹੁੰਚਦੀ ਹੈ। ਬਾਈ ਦਾ ਟਾਈਮ ਆਫ ਪਿਊਬਰਟੀ, ਹੈ ਨਾ, ਉਹਦੇ ਅੰਦਰ ਕਿੰਨੇ ਰਹਿ ਜਾਂਦੇ, ਸੋਰੀ 4 ਲੱਖ। ਠੀਕ ਹੈ, ਸਿਰਫ ਇੰਨੇ ਰਹਿ ਜਾਂਦੇ ਮਿਲੀਅਨਸ ਦੇ ਵਿੱਚ ਹੁੰਦੀ। ਸੋ ਸਭ ਤੋਂ ਪਹਿਲਾਂ ਪਿਊਬਰਟੀ 'ਤੇ ਜਦੋਂ ਉਹ ਬੱਚੀ ਪਹੁੰਚ ਗਈ ਹੈ, ਠੀਕ ਹੈ ਨਾ, ਤਾਂ ਉਹਨੂੰ ਮੈਂਸਿਸ ਆਉਂਦੇ ਪਹਿਲੀ ਵਾਰੀ, ਉਹਨੂੰ ਕਹਿੰਦੇ ਮੈਨਾਰਕ, ਹੈ ਨਾ। ਠੀਕ, ਸੋ ਸਾਈਕਲ ਮੈਂ ਤੁਹਾਨੂੰ ਦੱਸਦਾ 28 to 29 ਡੇਜ਼ ਦਾ ਹੁੰਦਾ, ਹੈ ਨਾ। ਠੀਕ, ਸੋ ਨੈਚੁਰਲੀ ਫਿਰ ਇਹ ਜੋ ਸਾਰੇ ਇਵੈਂਟਸ ਹੋਏ ਕਿ ਫਸਟ ਡੇ ਆਫ ਮੈਂਸਟਰੂਏਸ਼ਨ ਤੋਂ ਲੈ ਕੇ, ਠੀਕ ਹੈ, ਟੂ ਦਾ ਸਟਾਰਟ ਆਫ ਦਾ ਨੈਕਸਟ ਮੈਂਸਟਰੂਏਸ਼ਨ, ਉਹੀ ਪਹਿਲੀ ਇੱਕ ਵਾਰੀ ਜਦੋਂ ਮੈਂਸਿਸ ਆ ਗਈ ਉਸ ਤੋਂ ਬਾਅਦ 28 ਦਿਨਾਂ ਬਾਅਦ ਜਦੋਂ ਤੱਕ ਉਹ ਦੁਬਾਰਾ ਮੈਂਸਿਸ ਨਹੀਂ ਆ ਜਾਂਦੀ, ਇਹ ਸਾਰਾ ਕੀ ਹੈ 28 ਦਿਨਾਂ ਦਾ ਮੈਂਸਟਰੁਅਲ ਸਾਈਕਲ ਹੈ। ਓਕੇ, ਮੀਨੋਪੌਜ਼, ਇਹਦੇ ਬਾਰੇ 'ਚ ਮੈਂ ਤੁਹਾਨੂੰ ਜੇ ਯਾਦ ਹੈ ਤਾਂ ਮੈਂ ਤੁਹਾਨੂੰ ਜਿੱਥੇ ਫੀਮੇਲ ਦੇ ਡਿਫੈਕਟਸ ਕਰਾਏ ਸੀ ਰੀਪਰੋਡਕਟਿਵ ਸਿਸਟਮ ਉੱਥੇ ਵੀ ਦੱਸਿਆ ਸੀ। ਚਲੋ ਇੱਕ ਵਾਰੀ ਫਿਰ ਤੋਂ ਦੁਬਾਰਾ ਦੱਸ ਦਿੰਦੇ ਹਾਂ। ਮੈਂਸਟਰੁਅਲ ਸਾਈਕਲ ਸੀਜ਼ੀਜ਼ ਅਰਾਊਂਡ 50 ਈਅਰਸ ਆਫ ਏਜ, 50 ਸਾਲ ਦੀ ਉਮਰ ਤੱਕ ਪਹੁੰਚਦੇ ਮੈਂਸਟਰੁਅਲ ਸਾਈਕਲ ਮੈਂਸਿਸ ਆਉਣੇ ਬੰਦ ਹੋ ਜਾਂਦੇ ਆ। ਦਿਸ ਇਜ਼ ਨੋਨ ਐਜ਼ ਮੀਨੋਪੌਜ਼। ਪੌਜ਼ ਮੈਨੇ ਬ੍ਰੇਕ ਲੱਗ ਗਈ। ਓਕੇ, ਹੁਣ ਅਸੀਂ ਡਿਟੇਲ ਦੇ ਵਿੱਚ ਮੈਂਸਟਰੁਅਲ ਸਾਈਕਲ ਪੜ੍ਹਾਂਗੇ। ਆਹ ਇੱਕ ਹਾਰਮੋਨਲ ਕੰਟਰੋਲ, ਕਿਉਂਕਿ ਸਾਰੀ ਪ੍ਰੋਸੈਸ ਹੀ ਹਾਰਮੋਨਲ ਕੰਟਰੋਲ ਦੀ ਹੈ। ਠੀਕ ਹੈ, ਸੋ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਈਜ਼ੀ ਸਮਝ ਆ ਜਾਏ। ਇਹ ਹਾਰਮੋਨਲ ਕੰਟਰੋਲ ਦੀ ਡਾਇਗਰਾਮ ਹੈਗੀ, ਪਰ ਮੈਂ ਇਹ ਵਾਲੀ ਬੱਚਿਆਂ ਨੂੰ ਕਰਨ ਦੇ ਲਈ ਨਹੀਂ ਕਹਿੰਦੀ ਹੁੰਦੀ। ਅੱਜ ਮੈਂ ਤੁਹਾਨੂੰ ਉਹਦੀ ਡਾਇਗਰਾਮ ਅਲੱਗ ਪਾਊਂਗੀ, ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਦੇਖੋ ਉਹ ਹੁਣ ਤੁਹਾਨੂੰ ਫ਼ੋਨ ਉੱਪਰ ਆ ਰਹੀ ਹੈ, ਜਦੋਂ ਤੁਸੀਂ ਕਦੀ ਕਾਲਜ ਆਓਗੇ, ਹੈ ਨਾ, ਅਤੇ ਤਾਂ ਤੁਹਾਨੂੰ ਬੁੱਕ ਤੋਂ ਵੀ ਕਰਵਾ ਦਿੱਤੀ ਜਾਏਗੀ ਉਹ ਡਾਇਗਰਾਮ, ਕਿਉਂਕਿ ਉਹ ਪ੍ਰਦੀਪਸ ਦੀ ਬੁੱਕ ਦੇ ਵਿੱਚ ਨਹੀਂ ਹੈ। ਓਕੇ, ਸੋ ਐਕਚੁਅਲੀ ਉਹ ਅਦਰ ਬੁੱਕ ਦੇ ਵਿੱਚ ਹੈ, ਉਹ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈ, ਪਰ ਮੈਂ ਤੁਹਾਨੂੰ ਫੋਟੋ ਸੈਂਡ ਕਰੂੰਗੀ, ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਨਹੀਂ ਵੀ ਸਮਝ ਆਏਗਾ ਤਾਂ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਤੁਸੀਂ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਓਕੇ, ਦੂਸਰੀ ਮੇਨ ਡਾਇਗਰਾਮ ਜਿਹੜੀ ਕਿ ਬਣਾਉਣੀ ਹੀ ਬਣਾਉਣੀ ਹੈ ਨਾ ਜੀ, ਆਹ ਫੇਜ਼ਿਸ ਆਫ ਮੈਂਸਟਰੁਅਲ ਸਾਈਕਲ। ਓਕੇ, ਇਹਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ। ਸੋ ਦੇਰ ਆਰ 3 ਫੇਜ਼ਿਸ, ਨਾਮ ਦੱਸਣ ਤੋਂ ਬਾਅਦ ਮੈਂ ਤੁਹਾਨੂੰ ਆਈ ਵਿਲ ਸ਼ੋ ਯੂ ਦਾ ਡਾਇਗਰਾਮ। ਓਕੇ, ਸੋ ਇਨ ਦਾ ਮੈਂਸਟਰੁਅਲ ਸਾਈਕਲ ਦੇਰ ਆਰ 3 ਫੇਜ਼ਿਸ ਹਾਈਲਾਈਟ ਕੀਤਾ ਹੋਇਆ। ਫੋਲੀਕੂਲਰ ਔਰ ਪ੍ਰੋਲੀਫਰੇਟਿੰਗ ਫੇਜ਼,
ल्यूटियल और ਸਕਰੀਟਰੀ ਫੇਜ਼, ਮੈਂਸਟਰੁਅਲ ਔਰ ਬਲੀਡਿੰਗ ਫੇਜ਼। ਠੀਕ ਹੈ। ਸੋ ਦੇਖਿਓ 28 ਡੇਜ਼ ਕਿਸ ਤਰੀਕੇ ਦੇ ਨਾਲ ਬਣਦੇ ਆ। ਪਹਿਲਾ ਫੇਜ਼ ਜਿਹੜਾ ਹੈਗਾ 14 ਡੇਜ਼ ਦਾ ਨਹੀਂ। ਠੀਕ ਹੈ। ਸੋ ਜਦੋਂ ਵੀ ਮੈਂਸਟਰੁਅਲ ਸਾਈਕਲ ਨੂੰ ਪੜ੍ਹਨਾ ਹੈ ਜਾਂ ਸਮਝਣਾ ਹੈ, ਹਮੇਸ਼ਾ ਹੀ ਆਲਵੇਜ਼ ਕੀਪ ਇਨ ਮਾਈਂਡ ਕਿ ਇਹ ਜੋ ਸਾਰੀ ਤਿਆਰੀ ਕੀਤੀ ਜਾ ਰਹੀ ਹੈ ਐਕਚੁਅਲੀ ਦੇ ਵਿੱਚ ਇਹ ਪ੍ਰੈਗਨੈਂਸੀ ਦੇ ਲਈ ਕੀਤੀ ਜਾ ਰਹੀ ਹੈ ਨਹੀਂ। ਠੀਕ ਹੈ। ਸੋ ਸਾਰੀ ਤਿਆਰੀ ਤਾਂ ਹੈ ਕਿ ਬੱਚਾ ਆਏਗਾ, ਠਹਿਰੇਗਾ, ਪ੍ਰੈਗਨੈਂਸੀ ਹੋਏਗੀ, ਨਹੀਂ ਹੁੰਦੀ ਹੈ ਤਾਂ ਫਿਰ ਕੀ ਹੋ ਜਾਂਦਾ। ਠੀਕ ਹੈ ਨਾ। 24 ਡੇਜ਼ ਤੋਂ ਬਾਅਦ 24 ਡੇਜ਼ ਤੋਂ ਬਾਅਦ 25th ਜਦੋਂ 25ਵਾਂ ਦਿਨ ਆਉਂਦਾ ਤਾਂ ਬਲੀਡਿੰਗ ਹੋ ਜਾਂਦੀ ਹੈ, ਜਿਹੜੀ ਕਿ 4 ਦਿਨ ਤੋਂ ਲੈ ਕੇ 5 ਦਿਨ ਤੱਕ ਚੱਲਦੀ ਹੈ। ਸੋ 28-29 ਦਿਨਾਂ ਦਾ ਸਾਈਕਲ ਹੋ ਗਿਆ ਨਾ। ਠੀਕ ਹੈ ਜੀ। ਸੋ ਪਹਿਲਾ ਫੇਜ਼ ਜਿਹੜਾ ਹੈਗਾ 14 ਦਿਨਾਂ ਦਾ ਹੈ, ਦੂਸਰਾ ਫੇਜ਼ ਜਿਹੜਾ ਹੈਗਾ ਉਹ 10 ਦਿਨਾਂ ਦਾ ਹੈਗਾ, ਤੀਸਰਾ ਫੇਜ਼ ਜਿਹੜਾ ਹੈਗਾ ਉਹ 4 ਦਿਨ ਤੱਕ ਚੱਲਦਾ, 25 ਤੋਂ ਲੈ ਕੇ 29 ਤੱਕ ਕਹਿ ਲਓ ਜਾਂ 28 ਤੱਕ ਕਹਿ ਲਓ। ਓਕੇ। ਸੋ ਇਹ 3 ਫੇਜ਼ਿਸ ਜਿਹੜੇ ਹੈਗੇ ਤੁਸੀਂ ਪੜ੍ਹਨੇ। ਮੈਂ ਫਿਰ ਤੋਂ ਦੁਬਾਰਾ ਰਿਪੀਟ ਕਰਨ ਲੱਗੀ ਹਾਂ। ਨੰਬਰ 1 ਫੋਲੀਕੂਲਰ ਔਰ ਪ੍ਰੋਲੀਫਰੇਟਿੰਗ ਫੇਜ਼, ल्यूटियल और ਸਕਰੀਟਰੀ ਫੇਜ਼, ਮੈਂਸਟਰੁਅਲ ਔਰ ਬਲੀਡਿੰਗ ਫੇਜ਼। ਓਕੇ। ਸੋ ਡਾਇਗਰਾਮ ਦੇ ਵਿੱਚ ਵੀ ਆਹੀ ਤੁਹਾਨੂੰ ਫੇਜ਼ਿਸ ਜਿਹੜੇ ਆ ਦਿਖਾਏ ਹੋ ਸਕਦੇ ਆ, ਇੱਕ ਕੋਈ ਹੋ ਵੀ ਸਕਦਾ ਐਕਸਟਰਾ, ਕੋਈ ਐਸੀ ਗੱਲ ਨਹੀਂ ਹੈਗੀ ਹੈ ਨਾ। ਦਿਨ ਬਣਾ ਦਿੱਤੇ, ਸਾਈਕਲ ਬਣਾ ਦਿੱਤਾ, ਡੇਜ਼ ਬਣਾ ਦਿੱਤੇ ਹੈ ਨਾ। ਸਾਈਕਲ ਇੱਥੋਂ ਦੀ ਸ਼ੁਰੂ ਹੋ ਗਿਆ ਹੈ ਨਾ। ਪਹਿਲੇ 4 ਦਿਨਾਂ ਦੇ ਵਿੱਚ ਇਹਨੇ ਇੱਥੇ ਇਹਨੇ ਸ਼ੁਰੂ ਦੇ ਵਿੱਚ ਦਿਖਾ ਦਿੱਤਾ ਤੁਹਾਨੂੰ ਮੈਂਸਟਰੁਅਲ ਫੇਜ਼, ਕੋਈ ਗੱਲ ਨਹੀਂ। ਇਹ ਪੋਸਟ ਮੈਂਸਟਰੁਅਲ ਫੇਜ਼ ਹੈ, ਇਹ ਪ੍ਰੋਲੀਫਰੇਟਿੰਗ ਫੇਜ਼ ਹੈ ਸਾਰਾ ਹੈ ਨਾ। 14ਵੇਂ ਦਿਨ ਓਵੂਲੇਸ਼ਨ ਹੋ ਗਈ ਹੈ। ਠੀਕ ਹੈ। ਅਤੇ ਫਿਰ ਸਕਰੀਟਰੀ ਫੇਜ਼ ਹੈਗਾ ਹੈ ਨਾ। ਇੱਥੇ ਤੁਹਾਨੂੰ 4 ਫੇਜ਼ ਸ਼ੋ ਕੀਤੇ ਆ, ਕੋਈ ਗੱਲ ਨਹੀਂ। ਠੀਕ ਹੈ ਜੀ। ਸੋ ਆਹ ਹੈ ਨਾ ਜਦੋਂ 14ਵੇਂ ਦਿਨ ਅਵਿਊਲ ਵਗੈਰਾ ਦੇ ਦਿੱਤਾ, ਓਵੂਲੇਸ਼ਨ ਹੋ ਚੁੱਕੀ ਹੈ ਅਤੇ ਉਹ ਕਾਰਪਸ ਲਿਊਟੀਅਮ ਬਣ ਜਾਂਦੀ ਸੀ ਨਾ ਫੋਲੀਕਲ, ਇਹ ਤੁਹਾਨੂੰ ਸਾਰਾ ਸਮਝਾਉਂਦੀ ਹਾਂ। ਉਹ ਵੀ ਹੁਣ ਖਤਮ ਹੋਣਾ ਸ਼ੁਰੂ ਹੋ ਜਾਂਦੀ, ਡੀਜਨਰੇਟ ਹੋਣਾ ਸ਼ੁਰੂ ਹੋ ਜਾਂਦੀ, ਦੁਬਾਰਾ ਤੋਂ ਸਾਈਕਲ ਸ਼ੁਰੂ ਹੋ ਜਾਂਦਾ। ਆਹ ਸਾਰਾ ਫੋਲੀਕੂਲਰ ਫੇਜ਼ ਹੈਗਾ। ਠੀਕ ਹੈ ਜੀ। ਇੱਧਰ ਵਾਲਾ ਸਾਰਾ ਲਿਊਟੀਅਲ ਫੇਜ਼ ਹੈਗਾ। ਓਕੇ। ਸੋ ਕਰੀਏ ਹੁਣ ਡਿਟੇਲ ਦੇ ਵਿੱਚ। ਪੁਆਇੰਟਸ ਬਣਾਏ ਆ, ਤੁਸੀਂ ਆਪਣੀ ਬੁੱਕ ਤੋਂ ਵੀ ਪੜ੍ਹ ਸਕਦੇ ਹੋ, ਤੁਹਾਡੀ ਇੱਛਾ, ਮੇਰਾ ਫਰਜ਼ ਹੈ ਸਮਝਾਉਣਾ ਹੈ ਨਾ। ਠੀਕ ਹੈ। ਸੋ ਬੱਚੇ ਧਿਆਨ ਦੇ ਨਾਲ ਇਹਨਾਂ ਪੁਆਇੰਟਸ ਨੂੰ ਸੁਣਨਾ ਹੈ ਤੁਸੀਂ। ਸੋ ਫੋਲੀਕੂਲਰ ਫੇਜ਼ ਐਜ਼ ਆਈ ਹੈਵ ਟੋਲਡ ਯੂ ਇਟ ਇਜ਼ ਆਫ 14 ਡੇਜ਼ ਤੱਕ ਚੱਲਦਾ। ਓਕੇ। ਸੋ ਨਾ ਬੜੀ ਵਾਰੀ ਦੱਸਿਆ ਹੋਇਆ ਹੈ ਨਾ, ਜਦੋਂ ਹਾਰਮੋਨਲ ਕੰਟਰੋਲ ਫੀਮੇਲ ਦੇ ਵਿੱਚ ਕਰਵਾਏ ਸੀ ਉਹ ਜੈਨਸਿਸ ਦੇ ਦੌਰਾਨ, ਤਾਂ ਦੱਸਿਆ ਸੀਗਾ ਕਿ ਪਿਚੂਟਰੀ ਗਲੈਂਡ ਪ੍ਰੈਜ਼ੈਂਟ ਹੈਗਾ ਬ੍ਰੇਨ ਦੇ ਅੰਦਰ ਹੈ ਨਾ। ਉਹਦੀਆਂ 2 ਲੋਬਸ ਹੁੰਦੀਆਂ ਨੇ, ਇੰਟੀਰੀਅਰ ਲੋਬ ਐਂਡ ਪੋਸਟੀਰੀਅਰ ਲੋਬ। ਓਕੇ। ਸੋ ਇੰਟੀਰੀਅਰ ਲੋਬ ਆਫ ਦਾ ਪਿਚੂਟਰੀ ਗਲੈਂਡ ਇਟ ਸਕਰੀਟਸ ਦਾ FSH hormone. Okay. FSH hormone जो है it stimulates the growth of the follicles and the maturation of the oocyte है ना। FSH ਕੀ ਕਹਿੰਦਾ ਹੈਗਾ, ਉਹਦੇ ਅੰਦਰ ਓਵਰੀ ਦੇ ਅੰਦਰ ਫੋਲੀਕਲਸ ਪਈਆਂ ਹੋਈਆਂ, ਉਹਨਾਂ ਨੂੰ ਕਹਿੰਦਾ ਕਿ ਉਹਨਾਂ ਦੀ ਗਰੋਥ ਕਰਵਾ ਦਿੰਦਾ ਹੈਗਾ। oocytes ਪਤਾ ਹੀ ਹੈ ਨਾ ਤੁਹਾਨੂੰ, ਪ੍ਰਾਇਮਰੀ oocyte, ਸੈਕੰਡਰੀ oocyte ਪਏ ਹੋਏ ਆ। ਸੋ ਉਹਨਾਂ ਦੀ ਵੀ ਮੈਚੂਰੇਸ਼ਨ ਕਰਵਾਉਣੀ ਸ਼ੁਰੂ ਕਰ ਦਿੰਦਾ। ਦੈਨ FSH ਜਿਹੜਾ ਹੈਗਾ, ਠੀਕ ਹੈ, ਉਹ ਸਟਿਮੂਲੇਟ ਕਰ ਦਿੰਦਾ ਹੈਗਾ ਫੋਲੀਕਲ ਸੈਲਸ ਨੂੰ ਕਿ ਕਿਹੜਾ ਹਾਰਮੋਨ ਸਕਰੀਟ ਕਰ ਦੋ, ਐਸਟ੍ਰੋਜਨ। ਇੱਥੇ ਮੈਂ ਛੋਟਾ ਜਿਹਾ ਕਰਕੇ ਲਿਖ ਰਿਹਾ। ਪਹਿਲਾਂ ਮੈਂ ਸੋਚਿਆ ਕਿ ਗੱਲਾਂ ਐਸਟ੍ਰੋਜਨ ਹੀ ਰਹਿਣ ਦਿੰਦੀਆਂ ਨਾ, ਪਰ ਨਹੀਂ, ਅੱਗੇ ਜਾ ਕੇ ਫਿਰ ਤੋਂ ਦੁਬਾਰਾ ਐਸਟਰਾਡਾਇਓਲ ਟਰਮ ਆਈ ਸੀ ਹੈ ਨਾ। ਫਿਰ ਮੈਂ ਕਿਹਾ ਬੱਚਿਆਂ ਨੇ ਕਨਫਿਊਜ਼ ਹੋ ਜਾਣਾ ਵੀ ਹੁਣ ਆਹ ਕਿਹੜਾ ਹਾਰਮੋਨ ਹੈ। ਸੋ ਐਸਟ੍ਰੋਜਨ ਹਾਰਮੋਨ ਨੂੰ ਹੀ ਕੀ ਕਹਿ ਦਿੰਦੇ ਆ, ਐਸਟਰਾਡਾਇਓਲ ਕਹਿ ਦਿੰਦੇ ਆ। ਸੋ ਥਰਡ ਪੁਆਇੰਟ ਇਸ ਫੇਜ਼ ਦਾ ਕੀ ਆ ਗਿਆ ਕਿ FSH ਨੇ ਫੋਲੀਕਲ ਸੈਲਸ ਨੂੰ ਸਟਿਮੂਲੇਟ ਕਰ ਦਿੱਤਾ ਕਿ ਕਿਹੜਾ ਹਾਰਮੋਨ ਸਕਰੀਟ ਕਰਨਾ ਸ਼ੁਰੂ ਕਰ ਦੇਵੇ, ਐਸਟ੍ਰੋਜਨ। ਇਹ ਫੀਮੇਲ ਸੈਕਸ ਹਾਰਮੋਨ ਔਰ ਅਦਰ ਨੇਮ ਇਜ਼ ਐਸਟਰਾਡਾਇਓਲ। ਓਕੇ। ਅੱਛਾ, ਜਦੋਂ ਐਸਟ੍ਰੋਜਨ ਹਾਰਮੋਨ ਆ ਗਿਆ ਨਾ, ਸਕਰੀਟ ਹੋ ਗਿਆ, ਉਹਨੇ ਕੀ ਕਰ ਦਿੱਤਾ ਕਿ FSH ਦੀ ਸਕਰੀਸ਼ਨ ਨੂੰ ਹੁਣ ਰੋਕ ਦਿੱਤਾ ਹੈ ਨਾ। ਅਤੇ ਕਿਹਦੀ ਸਕਰੀਸ਼ਨ ਕਰਵਾ ਦਿੱਤੀ ਹੈ, LH ਦੀ, ਲੂਟੇਨਾਈਜ਼ਿੰਗ ਹਾਰਮੋਨ ਸਕਰੀਟ ਕਰਵਾ ਦਿੱਤਾ। ਪਹਿਲਾਂ FSH ਆਇਆ ਸੀ, ਉਹਨੇ ਐਸਟ੍ਰੋਜਨ ਲਿਆਂਦਾ, ਐਸਟ੍ਰੋਜਨ ਨੇ ਇਹਦੀ ਸਕਰੀਸ਼ਨ ਨੂੰ ਰੋਕ ਦਿੱਤਾ। ਠੀਕ ਹੈ। ਸੋ ਚੰਗੀ ਤਰੀਕੇ ਨਾਲ ਗਰੋਥ ਕਰਵਾਈ ਫੋਲੀਕਲਸ ਦੀ, ਉਹਨਾਂ ਨੂੰ ਮੈਚੋਰ ਕਰ ਦਿੱਤਾ, ਉਹ ਸਾਈਟਸ ਨੂੰ ਮੈਚੋਰ ਕਰ ਦਿੱਤਾ ਨਾ, ਅਤੇ ਨਾਲੇ ਇਹਦੀ ਸਕਰੀਸ਼ਨ ਨੂੰ ਹੁਣ ਰੋਕ ਦਿੱਤਾ ਐਸਟ੍ਰੋਜਨ ਨੇ FSH ਦੀ ਨੂੰ। ਅਤੇ ਕਿਹਦੀ ਸਕਰੀਸ਼ਨ ਕਰਵਾ ਦਿੱਤੀ, LH ਦੀ। ਕਿਉਂ? ਕਿਉਂਕਿ ਹੁਣ 14ਵਾਂ ਦਿਨ ਆ ਚੁੱਕਾ ਹੈ ਨਾ ਮੈਂਸਟਰੁਅਲ ਸਾਈਕਲ ਦਾ, ਕਿਉਂਕਿ ਹੁਣ ਓਵੂਲੇਸ਼ਨ ਹੋਣ ਜਾ ਰਹੀ ਹੈ, ਓਵਮ ਰਿਲੀਜ਼ ਹੋਣਾ। ਅੱਛਾ, ਹੋਰ ਕੀ ਕਰਦਾ ਐਸਟਰਾਡਾਇਓਲ, ਆ ਜਿਹੜਾ ਹਾਰਮੋਨ ਹੈ, ਹੋਰ ਕੀ ਕਰਦਾ ਹੈਗਾ, ਇਹ ਯੂਟਰਸ ਨੂੰ ਸਟਿਮੂਲੇਟ ਕਰ ਦਿੰਦਾ ਹੈ। ਠੀਕ ਹੈ। ਸੋ ਉਹਨੂੰ ਪ੍ਰਪੇਅਰ ਕਰ ਦਿੰਦਾ ਇੰਪਲਾਂਟੇਸ਼ਨ ਦੇ ਲਈ, ਨਿਊਰਿਸ਼ਮੈਂਟ ਦੇ ਲਈ ਫੀਟਸ ਦੀ ਹੈ ਨਾ। ਓਵੂਲੇਸ਼ਨ ਤੋਂ ਬਾਅਦ ਯੂਟਰਸ ਦੀਆਂ ਵਾਲਸ ਜਿਹੜੀਆਂ ਹੁੰਦੀਆਂ ਨੇ ਸ਼ੁਰੂ ਦੇ ਵਿੱਚ ਬਹੁਤ ਥਿਨ ਹੁੰਦੀਆਂ ਨੇ, ਬਿਗਨਿੰਗ ਦੇ ਵਿੱਚ ਹੈ ਨਾ, ਉਹਨਾਂ ਨੂੰ ਥਿਕ ਕਰ ਦਿੱਤਾ ਜਾਂਦਾ ਹੈ ਨਾ, ਤਾਂ ਜੋ ਕਿਉਂਕਿ ਉਹਨਾਂ ਦੇ ਅੰਦਰ ਸਮੂਥ ਮਸਲਸ ਦੀ ਇੱਕ ਲੇਅਰ ਜਿਹੜੀ ਹੈਗੀ ਹੈ, ਠੀਕ ਹੈ, ਉਹ ਡਿਵੈਲਪ ਹੋ ਜਾਂਦੀ, ਜਿਹਨੂੰ ਕਹਿੰਦੇ ਮਾਇਓਮੀਟਰੀਅਮ। ਅੱਛਾ, ਇਸੇ ਤਰੀਕੇ ਦੇ ਨਾਲ ਯੂਟਰਸ ਦੇ ਅੰਦਰ ਇੱਕ ਐਪੀਥੀਲੀਅਲ ਲਾਈਨਿੰਗ ਹੁੰਦੀ ਹੈ, ਉਹਦੀ ਵੀ ਪ੍ਰੋਲੀਫਰੇਸ਼ਨ ਹੋ ਜਾਂਦੀ, ਮੀਨਸ ਕਿ ਉਹਦੇ ਸੈਲਸ ਦੀ ਵੀ ਗਰੋਥ ਹੋ ਜਾਂਦੀ ਹੈ, ਉਹਨੂੰ ਕਹਿੰਦੇ ਐਂਡੋਮੀਟਰੀਅਮ, ਜਿਹੜੀ ਕਿ ਯੂਟਰਸ ਦੀ ਬਹੁਤ ਹੀ ਇੰਪੋਰਟੈਂਟ ਲੇਅਰ ਹੈ। ਐਂਡੋਮੀਟਰੀਅਮ ਦੇ ਵਿੱਚ ਬਲੱਡ ਵੈਸਲਸ ਪ੍ਰੈਜ਼ੈਂਟ ਹੈਗੇ ਆ, ਕਿਉਂਕਿ ਜਦੋਂ ਕੱਲ੍ਹ ਨੂੰ ਪ੍ਰੈਗਨੈਂਸੀ ਨਹੀਂ ਹੋਣੀ, ਇਹਨਾਂ ਦੋਨੋਂ ਫੇਜ਼ਿਸ ਪ੍ਰੈਗਨੈਂਸੀ ਦੇ ਲਈ ਸੀ ਨਾ, ਜੇ ਨਹੀਂ ਹੁੰਦੀ ਨਾ ਕੱਲ੍ਹ ਨੂੰ, ਤਾਂ ਫਿਰ ਤੁਹਾਨੂੰ ਪਤਾ ਨਾ ਕਿ ਬਲੀਡਿੰਗ ਹੋ ਜਾਣੀ ਹੈ। ਓਕੇ। ਐਂਡੋਮੀਟਰੀਅਮ ਦੇ ਵਿੱਚ ਹੀ ਬਲੱਡ ਵੈਸਲਸ ਪ੍ਰੈਜ਼ੈਂਟ ਹੁੰਦੇ, ਧਿਆਨ
ਨਾਲ ਸਮਝਿਓ। ਮੈਂ ਯੂਟਰਸ ਦੀਆਂ ਦੋ ਬਹੁਤ ਇੰਪੋਰਟੈਂਟ ਲੇਅਰਸ ਬੋਲੀਆਂ, ਮਾਇਓਮੀਟਰੀਅਮ ਐਂਡ ਐਂਡੋਮੀਟਰੀਅਮ। ਐਂਡੋਮੀਟਰੀਅਮ ਦੇ ਵਿੱਚ ਬਲੱਡ ਵੈਸਲਸ ਪ੍ਰੈਜ਼ੈਂਟ ਹੈਗੇ ਆ, ਲੌਂਗ ਕੁਆਇਡ ਬਲੱਡ ਵੈਸਲਸ ਪ੍ਰੈਜ਼ੈਂਟ ਹੈਗੇ ਆ, ਗਲੈਂਡਸ ਪ੍ਰੈਜ਼ੈਂਟ ਹੈ ਜਿਹੜੇ ਕਿ ਨਿਊਟ੍ਰੀਟਿਵ ਫਲੂਇਡ ਸਕਰੀਟ ਕਰਦੇ ਆ ਯੂਟੇਰਾਈਨ ਦੀ ਕੈਵਿਟੀ 'ਚ। ਓਕੇ, ਸਾਰੀ ਤਿਆਰੀ ਹੋ ਰਹੀ ਹੈ, ਠੀਕ ਹੈ ਜੀ। ਅਤੇ ਲਾਸਟ ਪੁਆਇੰਟ ਤੁਹਾਡੇ ਕੋਲ ਆ ਗਿਆ, ਲਾਈਨਿੰਗ ਆਫ ਦਾ ਫੈਲੋਪੀਅਨ ਟਿਊਬ, ਹੈ ਨਾ। ਸੋ ਇਹੀ ਹਾਰਮੋਨ ਜਿਹੜਾ ਹੈਗਾ, ਠੀਕ ਹੈ, ਐਸਟਰਾਡਾਇਓਲ ਥਿਕਨਡ ਕਰ ਦਿੰਦਾ ਫੈਲੋਪੀਅਨ ਟਿਊਬ ਨੂੰ, ਕਿਉਂਕਿ ਫੈਲੋਪੀਅਨ ਟਿਊਬ ਤੁਹਾਨੂੰ ਪਤਾ ਹੀ ਉਹਨੇ ਓਵਰੀ ਨੂੰ ਪਕੜਿਆ ਹੋਇਆ, ਉਹਦੇ ਕੋਲ ਜਿਹੜੇ ਫਿੰਗਰ ਲਾਈਕ ਪ੍ਰੋਜੈਕਸ਼ਨਸ ਫਿੰਬਰੇ ਹੈ ਨਾ, ਸੋ ਉਹਨਾਂ ਦੀ ਮੂਵਮੈਂਟ ਹੋਣੀ ਹੈ। ਸੋ ਫੈਲੋਪੀਅਨ ਟਿਊਬ ਬਹੁਤ ਹੀ ਸਟਰੋਂਗ ਹੋਣੀ ਚਾਹੀਦੀ ਹੈ, ਠੀਕ ਹੈ, ਤਾਂ ਜੋ ਉਹ ਐਗ ਜਿਹੜਾ ਹੈਗਾ ਉਹਨੂੰ ਅੱਗੇ ਜਾ ਕੇ ਅੱਗੇ ਟਰਾਂਸਫਰ ਕਰ ਸਕੇ, ਤਾਂ ਜੋ ਫਰਟੀਲਾਈਜੇਸ਼ਨ ਹੋ ਸਕੇ, ਹੈ ਨਾ, ਠੀਕ ਹੈ। ਸੋ ਫੈਲੋਪੀਅਨ ਟਿਊਬ ਥਿਕਨਡ ਹੋ ਜਾਂਦੀ ਹੈ, ਸੀਲੀਆ ਜਿਹੜੇ ਹੈਗੇ ਉਹਨਾਂ ਦੀ ਮੂਵਮੈਂਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫੈਲੋਪੀਅਨ ਟਿਊਬਸ ਜਿਹੜੇ ਸੀਲੀਆ ਲੱਗੇ ਹੋਏ ਆ ਨਾ। ਸੋ ਦੀਸ ਚੇਂਜਸ ਜੋ ਪ੍ਰਪੇਅਰ ਕਰ ਦਿੰਦੇ ਫੈਲੋਪੀਅਨ ਟਿਊਬ ਨੂੰ ਫॉर ਕੰਸੀਵਿੰਗ ਦਾ ਓਵਮ, ਹੈ ਨਾ, ਠੀਕ ਹੈ। ਕਿੱਥੇ ਭੇਜਣਾ ਹੁੰਦਾ ਉਹਨੇ ਓਵਮ, ਕਿਉਂਕਿ ਯੂਟਰਸ 'ਚ। ਓਕੇ ਜੀ, ਇਹ ਸੀ 6th ਪੁਆਇੰਟ, ਠੀਕ ਹੈ। ਸੋ ਪਹਿਲੇ ਫੇਜ਼ ਦੇ ਅੰਦਰ, ਫੋਲੀਕੂਲਰ ਫੇਜ਼ ਦੇ ਅੰਦਰ ਅੱਗੇ ਤੁਹਾਡੇ ਕੋਲ ਆ ਗਿਆ ਲਿਊਟੀਅਲ ਔਰ ਦਾ ਸਕਰੀਟਰੀ ਫੇਜ਼ ਆ ਗਿਆ। ਸੋ ਇਹ ਕਿੰਨੇ ਦਿਨਾਂ ਦੇ ਲਈ ਚੱਲਦਾ ਹੈਗਾ? ਇਹ ਸਿਰਫ 10 ਦਿਨਾਂ ਦੇ ਲਈ ਚੱਲਦਾ ਹੈਗਾ। ਇਸ ਫੇਜ਼ ਦੇ ਦੌਰਾਨ ਕੀ ਹੁੰਦਾ, ਹੁਣ LH ਆਪਣੀ ਪੀਕ ਉੱਪਰ ਪਹੁੰਚ ਚੁੱਕਾ, ਬਹੁਤ ਜ਼ਿਆਦਾ ਪੈਦਾ ਹੋ ਚੁੱਕਾ LH, ਹੈ ਨਾ, ਲਿਊਟੇਨਾਈਜ਼ਿੰਗ ਹਾਰਮੋਨ। ਹੋਰ ਕਿਹੜਾ ਹਾਰਮੋਨ ਆ ਗਿਆ ਹੁਣ? ਇੰਟੀਰੀਅਰ ਪਿਚੂਟਰੀ ਲੋਬ ਤੋਂ ਪ੍ਰੋਲੈਕਟਿਨ ਆ ਗਿਆ ਹੈਗਾ। ਇਹ ਦੋਨੋਂ ਕੀ ਕਰਦੇ ਆ, ਹੁਣ ਦੇਖੋ, ਹੁਣ ਫੋਲੀਕਲ ਖਾਲੀ ਹੋ ਚੁੱਕੀ ਹੈ, ਮੈਂ ਸਾਰਾ ਪੜ੍ਹਾਇਆ ਹੋਇਆ ਤੁਹਾਨੂੰ। ਓਵਿਊਲ ਰਿਲੀਜ਼ ਹੋ ਗਿਆ, ਫੋਲੀਕਲਸ ਖਾਲੀ ਹੋ ਚੁੱਕੀਆਂ ਨੇ, ਗ੍ਰਾਫੀਨ ਫੋਲੀਕਲ। ਹੁਣ ਉਹ ਤੁਹਾਨੂੰ ਪਤਾ ਉਹਨਾਂ ਨੇ ਕਾਹਦੇ ਵਿੱਚ ਬਦਲ ਜਾਣਾ ਹੈਗਾ, ਯੈਲੋ ਕਲਰਡ ਬੋਡੀਜ਼ ਕਾਰਪਸ ਲਿਊਟੀਅਮ ਦੇ ਵਿੱਚ ਬਦਲ ਜਾਣਾ। ਕਾਰਪਸ ਲਿਊਟੀਅਮ ਹੁਣ ਇੱਕ ਓਵੇਰੀਅਨ ਹਾਰਮੋਨ ਸਕਰੀਟ ਕਰਦੀ, ਕਿਹੜਾ? ਪ੍ਰੋਗੈਸਟਰੋਨ, ਬਹੁਤ ਹੀ ਇੰਪੋਰਟੈਂਟ ਹਾਰਮੋਨ ਹੈ। ਅਤੇ ਸਮਾਲ ਅਮਾਊਂਟ ਦੇ ਵਿੱਚ ਕਾਰਪਸ ਲਿਊਟੀਅਮ ਕਿਹੜਾ ਹਾਰਮੋਨ ਸਕਰੀਟ ਕਰਦੀ ਹੈ? ਐਸਟਰਾਡਾਇਓਲਸ। ਓਕੇ, ਸੈਕਿੰਡ ਪੁਆਇੰਟ ਹੁਣ ਕੀ ਹੋ ਗਿਆ, ਪ੍ਰੋਗੈਸਟਰੋਨ ਅਤੇ ਐਸਟਰਾਡਾਇਓਲ ਹਾਰਮੋਨ ਜਿਹੜੇ ਹੈਗੇ ਆ, ਇਹਨਾਂ ਨੇ ਹੁਣ ਮੇਨਟੇਨ ਕਰਕੇ ਰੱਖਣਾ ਨਾ ਹਾਈਪਰਟ੍ਰੋਫੀ ਜਿਹੜੀ ਹੈਗੀ ਆ। ਹਾਈਪਰਟ੍ਰੋਫੀ ਦਾ ਮਤਲਬ ਐਂਡੋਮੀਟਰੀਅਲ ਲਾਈਨਿੰਗ ਜਿਹੜੀ ਸੀਗੀ ਨਾ ਯੂਟਰਸ ਦੀ, ਉਹਨੂੰ ਟੁੱਟਣ ਨਹੀਂ ਦੇਣਾ। ਕਿਉਂ? ਕਿਉਂਕਿ ਉਹ ਪ੍ਰੈਗਨੈਂਸੀ ਕਰਵਾਉਣੀ ਹੈਗੀ ਹੈ। ਪ੍ਰੋਗੈਸਟਰੋਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੰਪਲਾਂਟੇਸ਼ਨ ਦੇ ਲਈ, ਫੀਟਸ ਨੂੰ ਨਿਊਰਿਸ਼ਮੈਂਟ ਪ੍ਰੋਵਾਈਡ ਕਰਨ ਦੇ ਲਈ। ਇਹ ਐਂਡੋਮੀਟਰੀਅਲ ਮੀਟਰੀਅਮ ਦੇ ਅੰਦਰ ਜਿਹੜੇ ਗਲੈਂਡਸ ਸੀਗੇ ਨਾ, ਉਹਨਾਂ ਤੋਂ ਕੀ ਸਕਰੀਟ ਕਰਵਾਉਂਦੇ ਆ ਇਹ ਵਾਲੇ ਜਿਹੜੇ ਹਾਰਮੋਨ ਹੈਗੇ ਆ? ਇੱਕ ਨਿਊਟ੍ਰੀਟਿਵ ਫਲੂਇਡ ਬੱਚੇ ਦੇ ਲਈ ਸਕਰੀਟ ਕਰਾਉਂਦੇ। ਇਸੇ ਕਰਕੇ ਹੀ ਬੱਚੇ ਇਸ ਫੇਜ਼ ਨੂੰ ਕਿਹੜਾ ਫੇਜ਼ ਕਿਹਾ ਜਾਂਦਾ? ਸਕਰੀਟਰੀ ਫੇਜ਼। ਕਿਉਂਕਿ ਇਸ ਫੇਜ਼ ਦੇ ਦੌਰਾਨ ਕੀ ਹੈ, ਐਂਡੋਮੀਟਰੀਅਮ ਦੇ ਅੰਦਰ ਪਏ ਹੋਏ ਜਿਹੜੇ ਗਲੈਂਡਸ ਹੈ, ਠੀਕ ਹੈ, ਉਹ ਕੀ ਸਕਰੀਟ ਕਰਦੇ ਆ? ਨਿਊਟ੍ਰੀਟਿਵ ਫਲੂਇਡ। ਕਿਹਦੀ ਹੈਲਪ ਦੇ ਨਾਲ? ਪ੍ਰੋਗੈਸਟਰੋਨ ਤੇ ਐਸਟਰਾਡਾਇਓਲ ਹਾਰਮੋਨ ਦੀ ਮਦਦ ਦੇ ਨਾਲ। ਥਰਡ ਪੁਆਇੰਟ, ਪ੍ਰੋਗੈਸਟਰੋਨ ਜਿਹੜਾ ਹਾਰਮੋਨ ਹੈਗਾ, ਹੁਣ FSH ਨੂੰ ਹੋਰ ਵੀ ਜ਼ਿਆਦਾ ਰੋਕ ਦਿੰਦਾ, ਇਨਹਿਬਿਟ ਕਰ ਦਿੰਦਾ। ਪਹਿਲਾਂ ਵੀ FSH ਨੂੰ ਇਹਨੇ ਰੋਕਿਆ ਸੀਗਾ, ਹੈ ਨਾ, ਪਰ ਹਜੇ ਵੀ ਫਿਰ ਪੂਰੀ ਤਰ੍ਹਾਂ ਰੋਕ ਦਿੰਦਾ, ਤਾਂ ਜੋ ਹੁਣ ਹੋਰ ਵੀ ਕੋਈ ਫੋਲੀਕਲਸ ਜਾਂ ਹੋਰ ਐਡੀਸ਼ਨਲ ਐਗਸ ਜਿਹੜੇ ਆ ਨਾ, ਉਹਦੀ ਇਹ ਡਿਵੈਲਪਮੈਂਟ ਨਾ ਕਰਵਾ ਦੇਵੇ। ਕਿਉਂ? ਕਿਉਂਕਿ ਹੁਣ ਫਰਟੀਲਾਈਜੇਸ਼ਨ ਨਹੀਂ ਹੋਈ ਹੈ ਐਗ ਦੀ। ਓਕੇ, ਸੋ ਤੀਸਰਾ ਫੇਜ਼ ਆਉਣ ਲੱਗਾ ਹੈਗਾ, ਠੀਕ ਹੈ, ਮੈਂਸਟਰੁਅਲ ਔਰ ਦਾ ਬਲੀਡਿੰਗ ਫੇਜ਼ ਆਉਣ ਲੱਗਾ ਬੱਚੇ। ਇਹ 4 ਦਿਨਾਂ ਤੱਕ ਚੱਲਦਾ। ਇਫ ਦਾ ਫਰਟੀਲਾਈਜੇਸ਼ਨ, ਹੈ ਨਾ, ਇਟ ਡਜ਼ ਨੋਟ ਅਕਰ, ਦੈਨ ਸਕੈਂਡਰੀ ਓਸਾਈਟ ਜਿਹੜਾ ਹੈਗਾ, ਇਟ ਸ਼ਰਿੰਕਸ, ਇਟ ਆਟੋਲਾਈਸਿਸ, ਆਪਣੇ ਆਪ ਹੀ ਸਕੈਂਡਰੀ ਓਸਾਈਟ ਨੇ ਖਤਮ ਹੋ ਜਾਣਾ, ਠੀਕ ਹੈ। ਹੁਣ ਪ੍ਰੋਗੈਸਟਰੋਨ ਹਾਰਮੋਨ ਨੇ LH ਜਿਹੜਾ ਸੀ ਨਾ, ਉਹਦੀ ਵੀ ਸ਼ੁਰੂ ਦੇ ਵਿੱਚ ਕਰਵਾਈ ਸੀ ਨਾ ਉਹਦੀ ਸਕ੍ਰੀਸ਼ਨ, ਹੁਣ ਉਹਦੀ ਸਕ੍ਰੀਸ਼ਨ ਨੂੰ ਰੋਕ ਦੇਣਾ ਹੈ, ਕਿਉਂਕਿ ਕੋਈ ਵੀ ਹੁਣ ਕੁਛ ਨਹੀਂ ਇਹਦਾ ਰੋਲ ਰਹਿ ਗਿਆ, ਹੈ ਨਾ। ਹੁਣ LH ਜਿਹੜਾ ਹੈਗਾ, ਠੀਕ ਹੈ, ਜਦੋਂ ਇਹਦਾ ਲੈਵਲ ਬਲੱਡ ਦੇ ਵਿੱਚ ਘਟ ਜਾਏਗਾ, ਹੈ ਨਾ, ਇਹਦੀ ਰਿਡਕਸ਼ਨ ਹੋ ਜਾਏਗੀ, ਤਾਂ ਕਾਰਪਸ ਲਿਊਟੀਅਮ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਲੱਡ ਦੇ ਵਿੱਚ ਫੀਮੇਲ ਦੇ ਪ੍ਰੋਗੈਸਟਰੋਨ ਹਾਰਮੋਨ ਦਾ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ, ਜਿਹਦੇ ਕਰਕੇ ਕੀ ਹੋ ਗਿਆ ਕਿ ਯੂਟਰਾਈਨ ਦੀ ਲਾਈਨਿੰਗ ਜਿਹੜੀ ਹੈਗੀ ਆ, ਉਹ ਡਾਈ ਕਰ ਗਈ ਆ, ਉਹ ਮਰ ਗਈ ਹੈ। ਬਲੱਡ ਵੈਸਲਸ ਪੂਰੀ ਤਰ੍ਹਾਂ ਰਪਚਰ ਕਰ ਗਏ ਆ, ਹੈ ਨਾ, ਠੀਕ ਹੈ। ਸੋ ਟਿਸ਼ੂ ਫਲੂਇਡ ਜਿਹੜਾ ਕਿ ਪ੍ਰੈਜ਼ੈਂਟ ਸੀਗਾ, ਹੈ ਨਾ, ਐਂਡੋਮੀਟਰੀਅਮ ਲਾਈਨਿੰਗ ਦੇ ਅੰਦਰ, ਯੂਟਰਸ ਦੇ ਅੰਦਰ ਜਿਹੜਾ ਸੀਗਾ ਟਿਸ਼ੂ ਫਲੂਇਡ, ਠੀਕ ਆ, ਉਹ ਵਜਾਈਨਲ ਓਪਨਿੰਗ ਦੇ ਥਰੂ ਹੁਣ ਬਾਹਰ ਆ ਜਾਂਦਾ ਹੈ, ਠੀਕ ਹੈ। ਸੋ ਇਹ ਹੈ ਮੈਂਸਟਰੁਅਲ ਫਲੋ, ਹੈ ਨਾ, ਠੀਕ ਹੈ। ਸੋ ਇਹ ਸਾਈਕਲ 3 ਤੋਂ ਲੈ ਕੇ 5 ਡੇਜ਼ ਤੱਕ ਜਿਹੜਾ ਚੱਲਦਾ, ਇਹਨੂੰ ਅਸੀਂ ਹੋਰ ਕੀ ਕਹਿੰਦੇ ਹਾਂ? ਫਿਊਨੀਰਲ ਆਫ ਅਨਫਰਟੀਲਾਈਜ਼ਡ ਐਗ, FUNERAL। ਇਸ ਫੇਜ਼ ਨੂੰ ਅਸੀਂ ਹੋਰ ਕੀ ਕਹਿੰਦੇ ਨੇ ਇਸ ਚੀਜ਼ ਨੂੰ, ਠੀਕ ਹੈ, ਫਿਊਨੀਰਲ ਆਫ ਅਨਫਰਟੀਲਾਈਜ਼ਡ ਐਗ। ਔਰ ਵੀਪਿੰਗ ਆਫ ਯੂਟਰਸ ਫॉर ਦਾ ਲੋਸਟ ਓਵਮ, ਯੂਟਰਸ ਰੋ ਰਿਹਾ ਹੈ ਨਾ, ਠੀਕ, ਕਿਉਂਕਿ ਉਹਦੇ ਓਵਮ ਲੋਸਟ ਹੋ ਗਏ ਆ, ਉਹ ਰੋ ਰਿਹਾ ਹੈ। ਓਕੇ, ਲਾਸਟ ਪੁਆਇੰਟ ਤੁਹਾਡੇ ਇਹਦੇ 'ਚ ਆ ਗਿਆ, ਠੀਕ ਹੈ। ਸੋ ਹੁਣ ਪ੍ਰੋਗੈਸਟਰੋਨ ਦਾ ਲੈਵਲ, ਐਸਟਰਾਡਾਇਓਲ ਦਾ ਲੈਵਲ ਬਹੁਤ ਘੱਟ ਚੁੱਕਾ ਹੈਗਾ ਨਾ ਬਲੱਡ ਦੇ ਅੰਦਰ। ਹੁਣ ਫਿਰ ਤੋਂ ਦੁਬਾਰਾ ਕਿੰਨੇ ਰਿਲੀਜ਼ ਹੋਣਾ ਸ਼ੁਰੂ ਹੋ ਜਾਣਾ? FSH ਨੇ, ਠੀਕ ਹੈ। ਸੋ ਬਿਕੋਜ਼ ਇਟ ਸਟਾਰਟਸ ਅ ਨਿਊ ਸਾਈਕਲ, ਇਟ ਇਨੀਸ਼ੀਏਟਸ, FSH ਇਨੀਸ਼ੀਏਟਸ ਅ ਨਿਊ ਸਾਈਕਲ, ਕਿਉਂਕਿ 28 ਦਿਨ ਹੋ ਗਏ ਹੈ, ਠੀਕ ਹੈ, ਇਸ ਸਾਈਕਲ ਨੂੰ ਚੱਲੇ ਹੋਏ ਨੂੰ, ਠੀਕ ਹੈ। ਸੋ ਹੁਣ ਦੁਬਾਰਾ ਤੋਂ ਨਿਊ ਸਾਈਕਲ ਜਿਹੜਾ ਸ਼ੁਰੂ ਹੋਣ ਜਾ ਰਿਹਾ, ਅਤੇ ਤੁਹਾਨੂੰ ਪਤਾ ਸੀ FSH ਤੋਂ ਗੱਲ ਸ਼ੁਰੂ ਕੀਤੀ ਸੀ। ਸੋ ਇਹ ਤੁਹਾਡਾ ਬਹੁਤ ਇੰਪੋਰਟੈਂਟ ਮੈਂਸਟਰੁਅਲ ਸਾਈਕਲ। ਓਕੇ,
ਅਦਰ ਜਿਹੜੇ ਸਿੰਪਲ ਟੌਪਿਕ ਹੈਗੇ ਮੈਂ ਤੁਹਾਨੂੰ ਕਰਵਾ ਦਿੰਦੀ ਹਾਂ। ਜੇ ਤੁਹਾਨੂੰ ਮੈਨੂੰ ਲੱਗਦਾ ਕਿ ਫਸਟ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਭੇਜਿਆ ਹੋਇਆ ਮੈਂਸਟਰੁਅਲ ਸਾਈਕਲ ਅਤੇ ਓਸਟਰ ਸਾਈਕਲ ਦੇ ਵਿੱਚ ਡਿਫਰੈਂਸ, ਓਕੇ। ਹਾਰਮੋਨਲ ਕੰਟਰੋਲ ਦੀ ਅੱਜ ਮੈਂ ਤੁਹਾਨੂੰ ਡਾਇਗਰਾਮ ਪਾ ਦੇਣੀ ਹੈ। ਉਹ ਤੁਹਾਨੂੰ ਜਦੋਂ ਤੁਸੀਂ ਕੁਐਸਚਨ ਲਿਖਣਾ ਵੀ ਹੈ ਨਾ, ਉਦੋਂ ਬਿਲਕੁਲ ਕਲੀਅਰ ਸਮਝ ਆ ਜਾਣੀ ਹੈ, ਤੁਸੀਂ ਉਹ ਡਰਾ ਕਰਨੀ ਹੈ। ਅੱਜ ਮੈਂ ਤੁਹਾਨੂੰ ਪਾ ਵੀ ਦਊਂਗੀ। ਨਾਓ ਇਫੈਕਟਸ ਆਫ ਫਰਟੀਲਾਈਜੇਸ਼ਨ। ਅੱਛਾ, ਜੇਕਰ ਤਾਂ ਆ ਤਾਂ ਹੋ ਗਿਆ ਸੀ ਵੀ ਜੇ ਮੈਂਸਿਸ ਆ ਜਾਂਦੇ ਆ ਜੀ, ਜੇ ਫਰਟੀਲਾਈਜੇਸ਼ਨ ਨਹੀਂ ਹੁੰਦੀ, ਅਤੇ ਜੇਕਰ ਫਰਟੀਲਾਈਜੇਸ਼ਨ ਹੋ ਗਈ ਹੈ ਨਾ, ਐਂਡ ਇਹਨੂੰ ਬੱਚੇ ਤੁਹਾਨੂੰ ਯਾਦ ਹੈ ਨਾ, ਸ਼ੁਰੂ 'ਚ ਮੈਂ ਤੁਹਾਨੂੰ ਸਾਰੀਆਂ ਟਰਮਸ ਪੜ੍ਹਾਤੀਆਂ ਸੀ। ਇੰਪਲਾਂਟੇਸ਼ਨ ਕੀ ਹੁੰਦੀ ਹੈ, ਜੇਕਰ ਬੱਚਾ ਜਿਹੜਾ ਹੈਗਾ ਆ ਕੇ ਛੋਟਾ ਜਿਹਾ ਜਾਈਗੋਟ ਜੁੜ ਗਿਆ ਹੈ ਯੂਟਰਸ ਦੇ ਅੰਦਰ, ਪ੍ਰੈਗਨੈਂਸੀ ਹੋ ਗਈ ਹੈ, ਠੀਕ ਹੈ, ਤਾਂ ਪਲੈਸੈਂਟਾ ਡਿਵੈਲਪ ਹੋ ਜਾਂਦਾ ਨਾ, ਇੱਕ ਕੁਸ਼ਨ ਲਾਈਕ ਸਟਰਕਚਰ। ਇਹ ਵੀ ਤੁਹਾਨੂੰ ਅੱਗੇ ਡਿਟੇਲ 'ਚ ਆਉਣਾ, ਜਿਹਦੇ ਥਰੂ ਬੱਚਾ ਮਦਰ ਕੋਲੋਂ ਫੀਡ ਲੈਂਦਾ ਹੈਗਾ। ਉਹਦੇ ਜਿਹੜੇ ਟ੍ਰੋਪੋਬਲਾਸਟ ਸੈਲਸ, ਇਹ ਇੱਦਾਂ ਹੀ ਇਹਦਾ ਨੇਮ ਆਉਣਾ ਹੈਗਾ, ਉਹ ਇੱਕ HCG ਹਾਰਮੋਨ ਸਕ੍ਰੀਟ ਕਰਦੇ ਆ, ਜਿਹਨੂੰ ਕੀ ਕਹਿੰਦੇ ਆ, ਹਿਊਮਨ ਕੋਰੀਓਨਿਕ ਗੋਨੈਡੋਟ੍ਰੋਫਿਨ, ਹੈ ਨਾ। ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਸੁਣਦੇ ਹੀ ਹੋਣੇ ਆ ਕਿ ਫੀਮੇਲ ਪ੍ਰੈਗਨੈਂਟ ਹੈਗੀ ਆ ਜੀ, ਇੱਦਾਂ ਹੈ ਨਾ। ਹੋਰ ਵੀ ਬਹੁਤ ਸਾਰੇ ਜਿਹੜੇ ਹਾਰਮੋਨ ਹੈਗੇ ਆ, LH, ਹੈ ਨਾ, ਉਹ ਕਾਰਪਸ ਲੂਟੀਅਮ ਨੂੰ ਮੇਨਟੇਨ ਕਰਕੇ ਰੱਖਦੇ ਆ। ਇਸ ਤਰੀਕੇ ਨਾਲ ਪ੍ਰੋਗੈਸਟਰੋਨ, ਐਸਟਰਾਡਾਇਓਨ ਕਾਰਪਸ ਲੂਟੀਅਮ ਸਕ੍ਰੀਟ ਕਰਦੀ ਰਹਿੰਦੀ ਹੈ। ਇਹ ਹਾਰਮੋਨ ਜਿਹੜੇ ਹੈਗੇ ਆ, ਠੀਕ ਹੈ ਨਾ, ਸੋ ਫਿਰ ਚੈੱਕ ਕਰਦੇ ਆ ਕਿ ਕਿਤੇ ਐਂਡੋਮੀਟਰੀਅਮ ਟੁੱਟ ਨਾ ਜਾਏ, ਕਿਉਂਕਿ ਮੈਂ ਹੁਣੇ ਤੁਹਾਨੂੰ ਪੜ੍ਹਾ ਕੇ ਆਈ ਹਾਂ ਪ੍ਰੋਗੈਸਟਰੋਨ ਅਤੇ ਐਸਟਰਾਡਾਇਓਨ ਕਿੰਨੇ ਇੰਪੋਰਟੈਂਟ ਹੈਗੇ ਆ। ਇਹ ਜਦੋਂ ਬਲੱਡ 'ਚ ਘਟ ਗਏ ਸੀ, ਫਿਰ ਹੋਈ ਸੀ ਬਲੀਡਿੰਗ। ਫਿਰ ਮੈਂਸਟਰੁਅਲ ਸਾਈਕਲ ਜੇਕਰ ਨਹੀਂ ਆਉਂਦੇ ਆ 1-2 ਮੰਥ, ਤਾਂ ਇਹਦਾ ਮਤਲਬ ਕਿ ਪ੍ਰੈਗਨੈਂਸੀ ਹੈਗੀ ਹੈ ਨਾ, ਠੀਕ ਹੈ। 6 ਵੀਕ ਜਦੋਂ ਹੋ ਜਾਂਦੇ ਆ ਨਾ, ਪ੍ਰੈਗਨੈਂਸੀ ਦੇ 16 ਹਫ਼ਤੇ ਹੋ ਜਾਂਦੇ ਆ, ਉਸ ਵੇਲੇ ਪ੍ਰੋਗੈਸਟਰੋਨ ਹਾਰਮੋਨ ਜਿਹੜਾ ਹੈਗਾ ਉਹਨੂੰ ਖੁਦ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦਾ। ਕੌਣ? ਪਲੈਸੈਂਟਾ, ਤਾਂ ਜੋ ਨੋਰਮਲ ਪ੍ਰੈਗਨੈਂਸੀ ਮੇਨਟੇਨ ਰਵੇ। ਹੁਣ ਕਾਰਪਸ ਲੂਟੀਅਮ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਕੀ ਪੜ੍ਹਾਇਆ ਪਹਿਲਾਂ, ਇਹ ਹਾਰਮੋਨ ਜਿਹੜਾ ਸੀਗਾ ਨਾ ਪ੍ਰੋਗੈਸਟਰੋਨ, ਕਾਰਪਸ ਲੂਟੀਅਮ ਸਕ੍ਰੀਟ ਕਰਦੀ ਸੀ। ਇਹ ਵੀ ਤੁਹਾਨੂੰ ਪੰਜਾਬ ਬੋਰਡ ਦਾ ਇੰਪੋਰਟੈਂਟ ਕੁਐਸਚਨ ਹੈ, ਉਮੀਦ ਹੈ ਕਿ ਤੁਸੀਂ ਲਿਖ ਲਿਆ ਹੋਏਗਾ ਕਿ ਵਾਟ ਇਜ਼ ਕਾਰਪਸ ਲੂਟੀਅਮ ਐਂਡ ਰਾਈਟ ਡਾਊਨ ਇਟਸ ਫੰਕਸ਼ਨ। ਸੋ ਕਾਰਪਸ ਲੂਟੀਅਮ ਦਾ ਕੀ ਫੰਕਸ਼ਨ ਸੀਗਾ ਕਿ ਪ੍ਰੋਗੈਸਟਰੋਨ ਹਾਰਮੋਨ ਪ੍ਰੋਡਿਊਸ ਕਰਦੀ ਸੀਗੀ, ਹੈ ਨਾ। ਪਰ ਇਹ ਕੰਮ ਹੁਣ ਕੌਣ ਕਰਨ ਲੱਗ ਪਿਆ? ਪਲੈਸੈਂਟਾ। ਅੱਛਾ, ਮਿਸਕੈਰੇਜ ਵੀ ਹੋ ਸਕਦਾ, ਹੈ ਨਾ। ਕਈ ਵਾਰੀ ਕੀ ਹੈ ਕਿ ਕਾਰਪਸ ਲੂਟੀਅਮ ਹਜੇ ਤੱਕ ਮੈਚੋਰ ਹੋਈਆਂ ਨਹੀਂ ਹੈ, ਠੀਕ ਹੈ, ਸੋ ਉਹ ਪਹਿਲਾਂ ਹੀ ਖਤਮ ਹੋ ਗਈਆਂ, ਡੀਜਨਰੇਟ ਹੋ ਗਈਆਂ ਨੇ, ਜਿਹਦੇ ਕਰਕੇ ਕਿ ਠੀਕ ਹੈ, ਜਦੋਂ ਪ੍ਰੈਗਨੈਂਸੀ ਦੇ 10 ਤੋਂ ਲੈ ਕੇ 12 ਹਫ਼ਤੇ ਹੈ, 10 ਤੋਂ ਲੈ ਕੇ 12 ਹਫ਼ਤੇ ਮਤਲਬ ਕਿ 3 ਮੰਥ ਦੇ ਵਿੱਚ, ਇਸ ਤੋਂ ਬਾਅਦ ਨਹੀਂ, 3 ਮੰਥ ਦੇ ਵਿੱਚ ਵੀ, ਠੀਕ ਹੈ, ਮਿਸਕੈਰੇਜ ਹੋ ਸਕਦਾ ਹੈ। ਪ੍ਰੈਗਨੈਂਸੀ ਟੈਸਟ ਜ਼ਿਆਦਾ ਕਰਕੇ ਯੂਰਿਨ, ਠੀਕ ਹੈ, ਅਤੇ ਜਾਂ ਫਿਰ ਬਲੱਡ ਟੈਸਟ ਕੀਤਾ ਜਾਂਦਾ। ਉਹਦੇ ਵਿੱਚ ਜੇਕਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜੇਕਰ ਇਹ HCG ਹਾਰਮੋਨ ਆ ਜਾਏ ਨਾ, ਇਹਦਾ ਮਤਲਬ ਕਿ ਫੀਮੇਲ ਕੀ ਹੈਗੀ ਹੈ? ਪ੍ਰੈਗਨੈਂਟ ਹੈਗੀ ਹੈ। ਸੋ ਕਿੰਨੀ ਨੌਲੇਜ ਤੁਹਾਨੂੰ ਮਿਲੀ ਹੈ। ਨੈਕਸਟ ਟੌਪਿਕ ਤੁਹਾਡੇ ਕੋਲ ਆ ਗਿਆ ਆਰਟੀਫਿਸ਼ਲ ਇਨਸੈਮੀਨੇਸ਼ਨ। ਨੇਮ ਤੋਂ ਹੀ ਪਤਾ ਲੱਗਦਾ ਪਿਆ ਹੈਗਾ, ਹੈ ਨਾ। ਇਹਦੇ 'ਚ ਫੀਮੇਲ ਨੂੰ ਪ੍ਰੈਗਨੈਂਟ ਕੀਤਾ ਜਾਂਦਾ ਹੈਗਾ, ਬਟ ਆਰਟੀਫਿਸ਼ੀਅਲੀ ਕੀਤਾ ਜਾਂਦਾ, ਉਹਦੇ ਵਜਾਈਨਾ ਦੇ ਵਿੱਚ ਸੀਮਨ ਭੇਜ ਕੇ, ਹੈ ਨਾ, ਠੀਕ ਹੈ। ਸੋ ਕਹਿੰਦਾ ਕਿ ਇਹ ਐਪਲੀਕੇਸ਼ਨ ਹੈਗੀ ਹੈ, ਇਟ ਇਜ਼ ਐਨ ਐਪਲੀਕੇਸ਼ਨ ਆਫ ਆਵਰ ਨੌਲੇਜ ਆਫ ਦਾ ਪ੍ਰੋਸੈਸ ਆਫ ਫਰਟੀਲਾਈਜੇਸ਼ਨ। ਤੇ ਹੈ ਤਾਂ ਫਰਟੀਲਾਈਜੇਸ਼ਨ ਹੀ ਹੈ ਨਾ। ਯੂਜ਼ਿਜ਼ ਆਰਟੀਫਿਸ਼ਲ ਇਨਸੈਮੀਨੇਸ਼ਨ ਜ਼ਿਆਦਾ ਕਰਕੇ ਫਾਰਮ ਐਨੀਮਲਸ ਜਿਹੜੇ ਹੁੰਦੇ ਆ, ਗਾਵਾਂ, ਮੱਝਾਂ, ਹੈ ਨਾ, ਉਹਨਾਂ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਗੁੱਡ ਕੁਆਲਿਟੀ ਦਾ ਸੀਮਨ ਜਿਹੜਾ ਹੈਗਾ ਮੇਲ ਐਨੀਮਲ ਤੋਂ ਕਲੈਕਟ ਕਰ ਲਿਆ ਜਾਂਦਾ, ਉਹਨੂੰ ਫਰੀਜ਼ ਕਰਕੇ ਰੱਖਿਆ ਜਾਂਦਾ ਨਾ, ਖਰਾਬ ਨਾ ਹੋ ਜਾਵੇ, ਹੈ ਨਾ, ਅਤੇ ਜਦੋਂ ਜ਼ਰੂਰਤ ਪਵੇ ਯੂਜ਼ ਕਰ ਲਿਆ ਜਾਂਦਾ, ਹੈ ਨਾ। ਇਹਦੇ ਕੀ ਐਡਵਾਂਟੇਜ ਹੈ, ਫਾਇਦੇ ਕੀ ਹੈ ਸਾਨੂੰ ਆਰਟੀਫਿਸ਼ਲ ਇਨਸੈਮੀਨੇਸ਼ਨ ਦੇ? ਨਹੀਂ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ, ਕਿਉਂਕਿ ਅਸੀਂ ਅੱਛੀ ਕੁਆਲਿਟੀ ਦਾ ਜਿਹੜਾ ਸੀਮਨ ਹੈਗਾ ਨਾ, ਮੇਨ ਐਲੀਮੈਂਟ ਦਾ ਲੈ ਸਕਦੇ ਹਾਂ, ਅਤੇ ਉਹਨੂੰ ਫੀਮੇਲ ਦੇ ਅੰਦਰ ਭੇਜ ਸਕਦੇ ਹਾਂ। ਸੀਮਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਲਿਜਾਣਾ ਆਸਾਨ ਹੁੰਦਾ ਹੈ, ਜਾਨਵਰ ਨੂੰ ਲਿਜਾਣ ਦੀ ਲੋੜ ਹੀ ਨਹੀਂ ਹੈ, ਹੈ ਨਾ। ਇਸ ਤੀਸਰਾ ਪੁਆਇੰਟ ਤੁਹਾਡੇ ਕੋਲ ਆ ਗਿਆ, ਆਰਟੀਫਿਸ਼ਲ ਇਨਸੈਮੀਨੇਸ਼ਨ ਦੀ ਮਦਦ ਦੇ ਨਾਲ ਤੁਸੀਂ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਿਸ ਚੈੱਕ ਕਰ ਸਕਦੇ ਹੋ ਨਾ। ਜੇਕਰ ਮੰਨ ਲਓ ਕਿ ਕਿਸੇ ਜਾਨਵਰ ਨੂੰ ਇਹ ਬਿਮਾਰੀਆਂ ਹੈਗੀਆਂ ਨੇ, STDs, ਹੈ ਨਾ, ਤਾਂ ਤੁਸੀਂ ਫੀਮੇਲ ਨੂੰ ਨਹੀਂ ਨਾ ਹੋਣ ਦਿਓਗੇ, ਉਹ ਆਰਟੀਫਿਸ਼ਲ ਇਨਸੈਮੀਨੇਸ਼ਨ ਤੋਂ ਪਤਾ ਲੱਗ ਜਾਂਦਾ। ਜੇਕਰ ਮੈਂ ਇਹਦੀ ਗੱਲ ਹਿਊਮਨ ਬੀਇੰਗ ਦੇ ਵਿੱਚ ਕਰਾਂ, ਹੈ ਨਾ, ਤਾਂ ਟੈਸਟ ਟਿਊਬ ਬੇਬੀਜ਼, ਹੈ ਨਾ, ਟਵਿਨ ਜਿਹੜੀਆਂ ਇਨ ਵਿਟਰੋ ਫਰਟੀਲਾਈਜੇਸ਼ਨ ਵੀ ਕਹਿੰਦੇ ਇਹਨੂੰ ਹਿਊਮਨ ਬੀਇੰਗਸ ਦੇ ਵਿੱਚ ਵੀ, ਹੈ ਨਾ, ਠੀਕ ਹੈ। ਸੋ ਫਰਟੀਲਿਟੀ ਦੇ ਚਾਂਸ ਇੰਪਰੂਵ ਕੀਤੇ ਜਾ ਸਕਦੇ ਆ ਨਾ। ਸੋ ਕਿਉਂਕਿ ਤੁਹਾਨੂੰ ਪਤਾ ਹੀ ਕਿ ਕਈ ਕਾਰਨ ਹੋ ਸਕਦੇ ਕਿ ਲੇਡੀ ਪ੍ਰੈਗਨੈਂਟ ਨਹੀਂ ਹੋ ਸਕਦੀ, ਮੇਲ ਜਿਹੜਾ ਹੈਗਾ, ਠੀਕ ਹੈ, ਉਹ ਕੈਪੇਬਲ ਨਹੀਂ ਹੈਗਾ ਫਾਦਰ ਬਣਨ ਦੇ, ਹੈ ਨਾ, ਸਪਰਮ ਘੱਟ ਹੈ ਉਹਦੇ 'ਚ, ਉਹ ਵੀਕ ਹੈ, ਹੈ ਨਾ, ਠੀਕ ਹੈ। ਸੋ ਇਜੈਕੂਲੇਸ਼ਨ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਹੈ, ਹੈ ਨਾ। ਸਪਰਮ ਨੋਨ ਮੋਟਾਈਲ ਹੈਗੇ ਹੈ, ਸੋ ਹਸਬੈਂਡ ਦਾ ਸੀਮਨ ਕਲੈਕਟ ਕੀਤਾ ਜਾ ਸਕਦਾ, ਕੰਸਨਟਰੇਟ ਕੀਤਾ ਜਾ ਸਕਦਾ, ਅਤੇ ਫੀਮੇਲ ਦੀ ਵਜਾਈਨਾ ਦੇ ਵਿੱਚ ਆਰਟੀਫਿਸ਼ਲੀ ਭੇਜਿਆ ਜਾ ਸਕਦਾ। ਇਹਨੂੰ ਅਸੀਂ AIH ਕਹਿੰਦੇ ਹਾਂ, ਆਰਟੀਫਿਸ਼ਲ ਇਨਸੈਮੀਨੇਸ਼ਨ ਹਸਬੈਂਡ। ਅੱਛਾ, ਸਮ ਟਾਈਮ ਕੀ ਹੋ ਜਾਂਦਾ ਕਿ ਮੇਲ ਦਾ ਸਪਰਮ ਜਿਹੜਾ ਹੈਗਾ, ਆਪਣੇ ਹਸਬੈਂਡ ਦਾ ਜਿਹੜਾ ਸਪਰਮ ਹੈ ਨਾ, ਉਹ ਕੈਪੇਬਲ ਨਹੀਂ ਹੈਗਾ, ਅਤੇ ਫਿਰ ਅਸੀਂ ਕਿਸੇ ਡੋਨਰ ਕੋਲੋਂ ਵੀ ਸਪਰਮ ਲੈ ਸਕਦੇ ਹਾਂ। ਉਹਨੂੰ ਕਹਿੰਦੇ AID, ਆਰਟੀਫਿਸ਼ਲ ਇਨਸੈਮੀਨੇਸ਼ਨ ਡੋਨਰ, ਹੈ ਨਾ, ਠੀਕ ਹੈ। ਸੋ ਪਰ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਨਾ ਲੀਗਲ ਪ੍ਰੋਬਲਮਸ ਆ ਸਕਦੀਆਂ, ਕਿਉਂਕਿ ਉਹ ਫਾਦਰ ਹੋ ਗਿਆ ਨਾ, ਅਸਲੀਅਤ ਦੇ ਵਿੱਚ ਤਾਂ ਕੋਈ ਦੂਸਰਾ ਪਰਸਨ ਫਾਦਰ ਬਣ ਗਿਆ ਨਾ ਬੱਚੇ ਦਾ, ਬਾਇਓਲੋਜੀਕਲੀ, ਹੈ ਨਾ। ਤਾਂ ਉਹ ਕਰ ਸਕਦਾ ਹੈਗਾ ਕਿ ਹਾਂ ਵੀ ਇਹ ਮੇਰਾ ਬੱਚਾ ਹੈਗਾ। ਚਿਲਡਰਨ ਜਿਹੜੇ ਕਿ ਆਰਟੀਫਿਸ਼ਲ ਇਨਸੈਮੀਨੇਸ਼ਨ ਦੇ ਨਾਲ ਹਿਊਮਨ ਬੀਇੰਗਸ ਦੇ ਵਿੱਚ ਅਬਟੇਨਡ ਕੀਤੇ ਜਾਂਦੇ ਆ, ਠੀਕ ਹੈ, ਪ੍ਰੋਡਿਊਸਡ ਕੀਤੇ ਜਾਂਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਟੈਸਟ ਟਿਊਬ ਬੇਬੀਜ਼।
ਓਕੇ। ਇਸ ਤੋਂ ਬਾਅਦ ਤੁਸੀਂ ਪੜ੍ਹਨਾ ਫਰਟੀਲਾਈਜੇਸ਼ਨ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਫਿਜ਼ੀਕੋ ਕੈਮੀਕਲ ਪ੍ਰੋਸੈਸਿਸ ਹੈਗੀਆਂ ਨੇ ਫਰਟੀਲਾਈਜੇਸ਼ਨ ਦੇ ਵਿੱਚ, ਹੈ ਨਾ। ਪਤਾ ਹੀ ਹੈ ਫਰਟੀਲਾਈਜੇਸ਼ਨ ਦੀ ਡੈਫੀਨੇਸ਼ਨ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਬਸ ਮੈਂ ਇਹ ਦੱਸਣਾ ਚਾਹੁੰਦੀ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਮਲਸ ਦੇ ਵਿੱਚ ਜਾਂ ਹਿਊਮਨ ਬੀਇੰਗਸ ਦੇ ਵਿੱਚ, ਹੈ ਨਾ, ਫਰਟੀਲਾਈਜੇਸ਼ਨ ਜਿਹੜੀ ਹੈ ਕਿੱਥੇ ਹੁੰਦੀ ਹੈ, ਫੈਲੋਪੀਅਨ ਟਿਊਬ ਦੇ ਐਂਪੂਲਾ ਪਾਰਟ 'ਚ। ਫੈਲੋਪੀਅਨ ਟਿਊਬ ਦੇ 4 ਪਾਰਟ ਸੀਗੇ ਕਿ ਨਹੀਂ ਸੀਗੇ? ਜਿਨ੍ਹਾਂ ਨੇ ਵੀਡੀਓ ਸੁਣੀ ਹੈ, ਪੜ੍ਹਿਆ, ਉਹਨਾਂ ਨੂੰ ਹੀ ਪਤਾ ਹੋਣਾ। ਬਹੁਤ ਸਾਰੇ ਬੱਚੇ ਹੈਗੇ, ਠੀਕ ਹੈ। ਮੈਂ ਅੱਜ ਪਾਉਂਦੀ ਹਾਂ ਜਿਨ੍ਹਾਂ ਨੇ ਕੱਲ੍ਹ ਕਲਾਸ ਨਹੀਂ ਸੀ ਲਗਾਈ, ਕਲਾਸਾਂ ਨਹੀਂ ਲਗਾ ਰਹੇ, ਚਲੋ ਉਹਨਾਂ ਦੀ ਮਰਜ਼ੀ ਹੈ। ਫੋਨ ਕਰਦੇ ਆ, ਹਾਂਜੀ ਮੈਡਮ ਮੈਂ ਇਸ ਤਰ੍ਹਾਂ ਬਿਜ਼ੀ ਸੀ, ਚਲੋ ਉਹਨਾਂ ਦੀ ਮਰਜ਼ੀ ਹੈ ਉਹ, ਹੈ ਨਾ। ਸੋ ਉਹਨਾਂ ਨੇ ਆਪਣੇ ਲਈ ਪੜ੍ਹਨਾ ਹੈਗਾ, ਹੈ ਨਾ, ਕਿਉਂਕਿ ਐਗਜ਼ਾਮਸ ਤਾਂ ਹੋਣੇ ਹੀ ਆ ਫਾਈਨਲ। ਸੋ ਇਹ ਤਾਂ ਨਹੀਂ ਨਾ ਹਰ ਵਾਰੀ ਇਸ ਤਰ੍ਹਾਂ ਹੀ ਪਾਸ ਕਰੀ ਜਾਣਾ ਬੋਰਡ ਨੇ, ਇਸ ਤਰ੍ਹਾਂ ਨਹੀਂ ਹੋਣਾ। ਹਿਮਾਚਲ ਦੇ ਵਿੱਚ ਤਾਂ, ਹਿਮਾਚਲ ਸਟੇਟ ਦੇ ਵਿੱਚ ਤੁਹਾਨੂੰ ਪਤਾ ਇਹਨਾਂ ਨੇ ਇਸ ਵਾਰੀ ਵੀ ਪਾਸ ਨਹੀਂ ਕੀਤੇ। ਇਸ ਤਰ੍ਹਾਂ ਕਰਨੇ ਨਹੀਂ ਚਾਹੀਦੇ। ਵੈਸੇ ਅਸੀਂ ਜਾ ਹੀ ਰਹੇ ਹਾਂ, ਬਾਹਰ ਵੀ ਜਾ ਰਹੇ ਹਾਂ, ਮੈਰਿਜਿਸ 'ਤੇ ਵੀ ਜਾ ਰਹੇ ਹਾਂ, ਨਹੀਂ ਤਾਂ ਪੇਪਰ ਲੈ ਲੈਣੇ ਚਾਹੀਦੇ ਸੀ, ਮੇਨ ਪੇਪਰ ਲੈ ਲੈਣੇ ਚਾਹੀਦੇ ਸੀ, ਠੀਕ ਹੈ। ਸੋ ਹਿਮਾਚਲ ਵਾਲਿਆਂ ਨੇ ਲੈਣੇ ਆ, ਉਹਦੇ ਬੇਸਿਸ ਦੇ ਉੱਤੇ ਮਾਰਕਸ ਲਗਾਉਣੇ ਆ। ਸੋ ਇਹ ਪੰਜਾਬ ਜਿਹੜਾ ਹੈਗਾ, ਜਾਂ ਕਹਿ ਲਓ ਕਿ ਪੰਜਾਬ ਬੋਰਡ ਜਿਹੜਾ ਹੈਗਾ ਉਹ ਫੋਲੋ ਕਰਦਾ ਹੀ ਹੁੰਦਾ ਅਦਰਸ ਨੂੰ, ਠੀਕ ਹੈ। ਸੋ ਐਗਜ਼ਾਮਸ ਹੋਣਗੇ ਨਾ ਉਹ, ਠੀਕ ਹੈ। ਸੋ 4 ਫੇਜ਼ਿਸ ਜਿਹੜੇ ਤੁਸੀਂ ਇਹਦੇ ਅੰਦਰ ਪੜ੍ਹਨੇ ਆ, ਬਹੁਤ ਇੰਪੋਰਟੈਂਟ, ਠੀਕ ਹੈ। ਫਰਟੀਲਾਈਜੇਸ਼ਨ 2 ਮਾਰਕਸ ਦਾ ਕੁਐਸਚਨ ਵੀ ਆ ਜਾਂਦੇ ਕਈ ਵਾਰੀ, ਠੀਕ ਹੈ। ਸੋ ਉਹਦੇ 'ਚ ਤੁਹਾਡੇ ਕੋਲ ਕੀ ਆ ਗਿਆ, ਅਰਾਈਵਲ ਆਫ ਦਾ ਸਪਰਮੈਟੋਜੋਆ, ਅਰਾਈਵਲ ਆਫ ਦਾ ਐਗ, ਨਹੀਂ ਸਪਰਮ ਤੇ ਐਗ ਤੇ ਹੋਣੇ ਚਾਹੀਦੇ ਆ ਨਾ। ਕੈਪੈਸੀਟੇਸ਼ਨ ਆਫ ਸਪਰਮ ਐਂਡ ਕੈਮੀਕਲ ਫਿਜ਼ੀਕਲ ਇਵੈਂਟਸ ਆਫ ਫਰਟੀਲਾਈਜੇਸ਼ਨ। ਇਹ ਜੋ ਚੌਥਾ ਪੁਆਇੰਟ ਹੈ ਨਾ ਫਰਟੀਲਾਈਜੇਸ਼ਨ ਦਾ, ਕੈਮੀਕਲ ਫਿਜ਼ੀਕਲ ਇਵੈਂਟਸ, ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਹੀ ਦੇਖੋ ਕਿੰਨੇ 5 ਪੁਆਇੰਟ ਹੈ, ਇਕੱਲਾ ਆ ਜਾਂਦਾ ਹੁੰਦਾ 3 ਮਾਰਕਸ ਦੇ ਵਿੱਚ। ਇਹ ਕੁਐਸਚਨ ਸ਼ਾਇਦ ਮੈਂ ਤੁਹਾਨੂੰ ਭੇਜ ਚੁੱਕੀ ਹਾਂ। ਰਾਈਟ ਦਾ ਵੇਰੀਅਸ ਫਿਜ਼ੀਕੋ ਕੈਮੀਕਲ ਇਵੈਂਟਸ ਆਫ ਫਰਟੀਲਾਈਜੇਸ਼ਨ, ਓਕੇ, ਠੀਕ ਹੈ। ਸੋ ਇਹਦਾ ਮੈਂ ਟੇਬਲ ਵੀ ਤੁਹਾਨੂੰ ਬਣਾ ਦੂੰਗੀ। ਅਰਾਈਵਲ ਆਫ ਦਾ ਸਪਰਮੈਟੋਜੋਆ, ਨਹੀਂ, ਠੀਕ ਹੈ। ਮੇਲ ਜਿਹੜਾ ਹੈਗਾ, ਠੀਕ ਹੈ। ਸੋ ਬਹੁਤ ਜ਼ਿਆਦਾ ਹਾਈ ਅਪ ਫੀਮੇਲ ਦੀ ਵਜਾਈਨਾ ਦੇ ਅੰਦਰ, ਹੈ ਨਾ, ਸਰਵਿਕਸ ਦੇ ਥਰੂ, ਠੀਕ ਹੈ, ਬੱਚੇ ਕੀ ਭੇਜ ਦਿੰਦਾ ਹੈਗਾ, ਆਪਣਾ ਸੀਮਨ ਭੇਜ ਦਿੰਦਾ। ਇਹਨੂੰ ਅਸੀਂ ਕਹਿੰਦੇ ਹਾਂ ਇਨਸੈਮੀਨੇਸ਼ਨ। ਵਜਾਈਨਾ ਤੋਂ ਸਪਰਮ ਜਿਹੜਾ ਹੈਗਾ ਉਹ ਐਂਪੂਲਾ ਪਾਰਟ ਦੇ ਕੋਲ ਪਹੁੰਚ ਚੁੱਕਾ, ਠੀਕ ਹੈ, ਜਿੱਥੇ ਖੁਦ ਆਪਣੀਆਂ ਐਫਰਟਸ ਦੇ ਨਾਲ ਵੀ, ਠੀਕ ਹੈ, ਅਤੇ ਥੋੜ੍ਹਾ ਯੂਟਰਸ ਦੇ ਐਕਸ਼ਨ ਦੇ ਨਾਲ ਵੀ, ਥੱਲੋਂ ਦੀ ਯੂਟਰਸ ਵੀ ਜ਼ੋਰ ਲਗਾਉਂਦਾ ਅਤੇ ਆਪਣੀ ਹਿੰਮਤ ਦੇ ਨਾਲ ਵੀ ਸਪਰਮ ਜਿਹੜਾ ਹੈਗਾ, ਠੀਕ ਹੈ, ਸੋ ਐਂਪੂਲਾ ਪੋਰਸ਼ਨ ਦੇ ਵਿੱਚ ਪਹੁੰਚ ਚੁੱਕਾ ਹੈ, ਠੀਕ ਹੈ। ਸੋ ਅਸੀਂ 2 ਤਰੀਕੇ ਪੜ੍ਹਾਂਗੇ, ਕਿਸ ਤਰੀਕੇ ਦੇ ਨਾਲ ਸਪਰਮ ਪਹੁੰਚਿਆ ਫੈਲੋਪੀਅਨ ਟਿਊਬ 'ਚ, ਸਪਰਮ ਦੀਆਂ ਐਫਰਟਸ ਅਤੇ ਯੂਟਰਸ ਦਾ ਰੋਲ। ਸਪਰਮ ਜਿਹੜਾ ਹੈਗਾ, ਠੀਕ ਹੈ, ਸੀਮਨ ਦੇ ਵਿੱਚ ਪ੍ਰੈਜ਼ੈਂਟ ਹੈਗਾ, ਉਹ ਕਾਫੀ ਦੂਰ ਤੱਕ ਜਾ ਸਕਦਾ ਹੈ ਫੈਲੋਪੀਅਨ ਟਿਊਬ ਦੇ ਵਿੱਚ ਸਵਿਮਿੰਗ ਕਰਦੇ ਹੋਏ, ਇੱਕ ਫਲੂਇਡ ਮੀਡੀਅਮ ਦੇ ਵਿੱਚ ਹੁੰਦੀ ਹੈ ਨਾ। ਸਪਰਮ ਬਹੁਤ ਤੇਜ਼ੀ ਦੇ ਨਾਲ ਸਵਿਮ ਕਰਦਾ, 1.5 to 3 mm ਇੰਨੇ ਰੇਟ ਦੇ ਉੱਤੇ 1 ਮਿੰਟ ਦੇ ਵਿੱਚ, ਹੈ ਨਾ, ਇੰਨੀ ਦੂਰ ਤੱਕ ਉਹ ਚਲਾ ਜਾਂਦਾ। ਇੱਕ ਵਾਰੀ ਜਦੋਂ ਸੀਮਨ ਫੀਮੇਲ ਦੀ ਵਜਾਈਨਾ ਦੇ ਵਿੱਚ ਚਲਾ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਸਪਰਮ ਉਹਨੇ ਫੀਮੇਲ 'ਚ ਭੇਜ ਦਿੱਤੇ ਆ, 200 ਤੋਂ ਲੈ ਕੇ 400 ਮਿਲੀਅਨ, ਹੈ ਨਾ। ਅਤੇ ਜੇਕਰ ਅਸੀਂ ਮਿਲੀ ਲੀਟਰ ਦੇ ਵਿੱਚ ਦੇਖੀਏ ਤਾਂ ਕਿੰਨਾ 3 ਮਿਲੀ ਲੀਟਰ ਫਲੂਇਡ ਜਿਹੜਾ ਹੈਗਾ ਉਹ ਫੀਮੇਲ ਦੀ ਵਜਾਈਨਾ ਦੇ ਅੰਦਰ ਜਾ ਚੁੱਕਾ, ਜਿਹਦੇ 'ਚ ਕਿੰਨੇ ਸੀਗੇ, 200 ਤੋਂ ਲੈ ਕੇ 400 ਮਿਲੀਅਨ ਸਪਰਮਸ ਸੀਗੇ। ਵੈਰੀ ਇੰਪੋਰਟੈਂਟ ਓਬਜੈਕਟਿਵ ਟਾਈਪ ਕੁਐਸਚਨਸ ਹੈ ਨਾ, ਠੀਕ ਹੈ। ਸੋ ਪਰ ਸਿਰਫ ਇਹਨਾਂ ਵਿੱਚੋਂ 100, ਠੀਕ ਹੈ, ਅਤੇ ਜਾਂ ਥੋੜ੍ਹੇ ਜਿਹੇ ਇਸ ਤੋਂ ਜ਼ਿਆਦਾ ਸਪਰਮ ਜਿਹੜੇ ਆ ਫੈਲੋਪੀਅਨ ਟਿਊਬ ਤੱਕ ਪਹੁੰਚ ਪਾਉਂਦੇ ਹੈ, ਮਿਲੀਅਨਸ ਦੇ ਵਿੱਚੋਂ ਦੀ, ਓਕੇ। ਯੂਟਰਸ ਦਾ ਕੀ ਰੋਲ ਹੈਗਾ, ਹੈ ਨਾ, ਠੀਕ ਹੈ। ਸੋ ਫੀਮੇਲ ਰਿਪਰੋਡਕਟਿਵ ਟਰੈਕ ਜਿਹੜਾ ਹੈਗਾ, ਠੀਕ ਹੈ, ਉਹ ਵੀ ਹੈਲਪ ਕਰਦਾ, ਹੈ ਨਾ, ਠੀਕ ਹੈ। ਸੋ ਸਰਵਿਕਸ ਜਿਹੜੇ ਹੈਗੇ ਉਹਦੀ ਐਕਸਟੈਂਸ਼ਨ ਹੋ ਜਾਂਦੀ ਹੈ, ਠੀਕ ਹੈ, ਵਜਾਈਨਾ ਦੇ ਵਿੱਚ, ਹੈ ਨਾ, ਉਹ ਐਸਪੀਰੇਟ ਕਰਦਾ ਸੀਮਨ ਨੂੰ, ਠੀਕ ਹੈ। ਸੋ ਯੂਟਰਸ, ਵਜਾਈਨਾ ਤੋਂ ਯੂਟਰਸ ਤੱਕ ਪਹੁੰਚ ਗਿਆ, ਠੀਕ ਹੈ। ਫਿਰ ਯੂਟਰਸ ਦੀ ਜਿਹੜੀ ਕੰਟਰੈਕਸ਼ਨ ਹੈਗੀ ਹੈ ਅਤੇ ਉਹ ਉਹਨੂੰ ਉੱਪਰ ਤੱਕ ਲੈ ਜਾਂਦੀ ਹੈ। ਸਪਰਮ ਫੈਲੋਪੀਅਨ ਟਿਊਬ ਦੇ ਵਿੱਚ ਪਹੁੰਚ ਜਾਂਦਾ 5 ਮਿੰਟ ਦੇ ਅੰਦਰ ਅੰਦਰ। ਦੇਖੋ ਕਿੰਨੀ ਸਪੀਡ ਹੈ ਸਪਰਮ ਦੀ, ਹੈ ਨਾ, ਠੀਕ ਹੈ। ਸੋ ਸਪਰਮ ਸੈੱਲ ਜਿਹੜੇ ਹੈਗੇ ਫੀਮੇਲ ਦੇ ਰਿਪਰੋਡਕਟਿਵ ਟਰੈਕ ਦੇ ਵਿੱਚ, ਤੁਹਾਨੂੰ ਪਤਾ ਹੀ 1 ਤੋਂ ਲੈ ਕੇ 3 ਦਿਨ ਤੱਕ ਹੀ ਸਰਵਾਈਵ ਕਰ ਸਕਦੇ ਆ ਨਾ, ਠੀਕ ਹੈ। ਸੋ ਇਹਦਾ ਮਤਲਬ ਓਵੂਲੇਸ਼ਨ ਹੋਣ ਤੋਂ ਬਾਅਦ 12 ਤੋਂ ਲੈ ਕੇ 24 ਘੰਟਿਆਂ ਦੇ ਅੰਦਰ ਅੰਦਰ ਫਰਟੀਲਾਈਜੇਸ਼ਨ ਹੋ ਜਾਣੀ ਚਾਹੀਦੀ ਹੈ। ਜੇ ਹੋਗੀ ਤਾਂ ਠੀਕ ਹੈ, ਨਹੀਂ ਤਾਂ ਨਹੀਂ ਹੋਣੀ, ਫਿਰ ਨਹੀਂ ਹੋਣੀ ਫਰਟੀਲਾਈਜੇਸ਼ਨ, ਓਕੇ, ਠੀਕ। ਸੋ ਇੱਥੇ ਤੱਕ ਤੁਸੀਂ ਸੁਣਨਾ ਹੈਗਾ। ਸੈਕਿੰਡ ਜੋ ਤੁਹਾਡਾ ਪੁਆਇੰਟ ਹੈ ਫਰਟੀਲਾਈਜੇਸ਼ਨ ਦਾ, ਜਾਂ ਨੈਕਸਟ ਪੁਆਇੰਟ ਫਿਰ ਕਰਵਾਵਾਂਗੇ।